ਵਿਰੋਧੀ ਧਿਰ ਭਾਵੇਂ ਗਿਣਤੀ ਵਿੱਚ ਘੱਟ ਸੀ, ਪਰ ਫਿਰ ਵੀ ਆਪਣੀ ਹਾਜ਼ਰੀ ਉਹਨਾਂ ਨੇ ਲਗਵਾਈ ਜ਼ਰੂਰ। ਭਗਵੰਤ ਮਾਨ ਨੇ ਠੋਕ ਕੇ ਗੱਲ ਕਹਿ ਦਿੱਤੀ ਹੈ ਕਿ ਇੱਕੋ ਹੀ ਪੈਨਸ਼ਨ ਮਿਲਣੀ ਹੈ, ਤੁਹਾਨੂੰ ਕਿਸੇ ਨਾਲ ਧੱਕੇ ਨੇ MLA ਬਣਾਇਆ ਨੇ, ਤੁਸੀਂ ਫਿਰ ਕੇ ਮੰਗ ਕੇ ਟਿਕਟਾਂ ਲੈਂਦੇ ਹੋ ਪਾਰਟੀਆਂ ਤੋਂ, ਸਾਰੇ ਕੋਸ਼ਿਸ਼ ਕਰਦੇ ਹੋ, ਕੰਪੇਨਿੰਗ ਕਰਦੇ ਹੋ ਕਿ MLA ਬਣਨਾ, ਵਿਧਾਇਕ ਬਣਨਾ, ਤੇ ਇੱਕ ਪੈਨਸ਼ਨ ਨਾਲ ਗੁਜ਼ਾਰਾ ਕਰੋ। ਇੱਕ ਪੈਨਸ਼ਨ ਬਹੁਤ ਹੁੰਦੀ ਹੈ। ਥੋੜਾ ਜਿਹਾ ਭਾਰ ਹੌਲਾ ਹੋਵੇਗਾ, ਮਾੜਾ ਜਿਹਾ ਐਵੇਂ ਕਿਣਕਾ ਮਾਤਰ, ਕਿਉਂਕਿ ਪੰਜਾਬ ਸਿਰ ਕਰਜ਼ੇ ਦੀਆਂ ਪੰਡਾਂ ਨੇ। ਅਜੇ ਹੋਰ ਦੱਸਿਆ ਜਾਂਦਾ ਕਿ 30,000 ਕਰੋੜ ਹੋਰ ਚੱਕਣਾ ਹੈ। 75-25 ਕਿੱਥੇ ਨਹੀਂ ਹੋ ਰਿਹਾ। ਕੋਈ ਮਹਿਕਮਾ ਤੁਸੀਂ ਇੱਕ ਦੱਸ ਸਕਦੇ ਹੋ ਜਿਹੜਾ ਬਿਲਕੁਲ ਓਨੈਸਟੀ ਤੇ, ਚਲੋ ਮੈਂ ਕਹਿੰਦਾ ਜ਼ਿਆਦਾ ਨਹੀਂ ਤੇ 90% ਤੇ ਓਨੈਸਟੀ ਹੋਵੇ, 10% ਉਸ ਵਿੱਚੋਂ ਕੋਈ ਘਪਲਾ ਕਰ ਜਾਵੇ ਤੇ ਕੋਈ ਬਹੁਤਾ ਮਾਲੂਮ ਨਾ ਹੋਵੇ। ਜੋ ਦਾਅਵਾ ਕਰ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਕਿ ਅਸੀਂ ਭ੍ਰਿਸ਼ਟਾਚਾਰ ਤੇ ਕਾਬੂ ਪਾ ਲਿਆ, ਕਾਬੂ ਨਹੀਂ ਪਾ ਲਿਆ ਅਜੇ। ਤੇ ਮੈਂ ਸਮਝਦਾ ਕਿ ਉਹਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ। ਇੱਡਾ ਹੀ ਤੁਹਾਨੂੰ ਫਿਕਰ ਹੈ ਵੀ ਉਹਦੇ ਕੋਲ ਪੈਸੇ ਹੋਣ, ਉਹਦੇ ਕੋਲ ਰਕਮ ਜਮ੍ਹਾਂ ਪੂੰਜੀ ਹੋਵੇ, ਤੇ ਫਿਰ ਜ਼ਿੰਦਗੀ ਭਰ ਲਈ ਦਿਓ ਉਸਨੂੰ। ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਸਰਕਾਰ ਨੇ ਤੇ ਮਤਾ ਉਦੋਂ ਵੀ ਪਾ ਦਿੱਤਾ ਸੀ ਕਿ ਖੇਤੀ ਕਾਨੂੰਨ ਨੂੰ ਅਸੀਂ ਰੱਦ ਕਰਦੇ ਹਾਂ। ਪਾਣੀਆਂ ਦੇ ਖਿਲਾਫ ਕਿੰਨੀ ਵਾਰੀ ਮਤੇ ਪੈ ਚੁੱਕੇ ਨੇ। ਉਹ ਮਤਾ ਤੇ ਬਿਲਕੁਲ ਉਸੇ ਤਰ੍ਹਾਂ ਹੈ ਕਿ ਜਿਵੇਂ ਘਰ ਬੈਠਾ ਕੋਈ ਮਤੇ ਪਾਈ ਜਾਂਦਾ ਹੈ, ਤੇ ਪਰ ਉੱਪਰ ਵਾਲੀ ਅਥਾਰਟੀ ਜਿਹੜੀ ਕੇਂਦਰ ਸਰਕਾਰ ਹੈ, ਫੈਸਲੇ ਤੇ ਉਹਨਾਂ ਨੇ ਕਰ ਲੈਣੇ ਨੇ। ਦੇਖੋ, ਬਿਜਲੀ ਮਹਿਕਮੇ ਦਾ ਸਿੱਧਾ ਫੰਡਾ ਹੈ, ਉਹਨਾਂ ਨੇ ਆਪਣੇ ਕੋਲੋਂ ਕਿਸੇ ਨੂੰ ਕੁਝ ਫਰੀ ਨਹੀਂ ਜੇ ਦੇਣਾ। ਵਾਅਦਾ ਕੋਈ ਵੀ ਕਰਦੀ ਸਰਕਾਰ ਕਰਦੀ ਹੈ, ਮਹਿਕਮਾ ਨਹੀਂ ਕਰਦਾ। ਮਹਿਕਮਾ ਕਿਸੇ ਨੂੰ ਫਰੀ ਨਹੀਂ ਦੇ ਸਕਦਾ। ਹੋ ਸਕਦਾ ਆਪਣੇ ਇੰਪਲਾਈਜ਼ ਲਈ ਉਹਨਾਂ ਦੀ ਕੋਈ ਰਾਇਤ ਹੋਵੇ, ਮੈਂ ਕਹਿ ਨਹੀਂ ਸਕਦਾ। ਜੇ ਤੁਹਾਡਾ 601 ਯੂਨਿਟ ਹੁੰਦਾ ਤਾਂ 601 ਦੇ ਪੈਸੇ ਦੇਣੇ ਪੈਣਗੇ। ਇਹ ਸਕੀਮ ਫਲॉड ਹੈ। ਪਹਿਲੀ ਤਾਂ ਗੱਲ ਇਹ ਹੈ, ਇਸ ਵਿੱਚ ਗਲਤੀ ਹੈ। ਜੇ ਅੱਜ ਪ੍ਰਾਈਵੇਟ ਚੈਨਲਾਂ 'ਤੇ, ਸਾਡੇ ਵਰਗੇ ਚੈਨਲਾਂ 'ਤੇ ਕਈ ਵਾਰੀ ਦਰਸ਼ਕ ਇਤਰਾਜ਼ ਕਰਦੇ ਨੇ ਨਾ ਕਿ ਤੁਸੀਂ ਇਹਦੀ ਸਪੋਰਟ ਕਰ ਰਹੇ ਹੋ, ਇਹਦੀ ਵਿਰੋਧਤਾ ਕਰ ਰਹੇ ਹੋ, ਤੇ ਰਿਵਾਜ ਪਿਆ ਕਿੱਥੋਂ ਹੈ ਕਿ ਆਲਟ ਨਿਊਜ਼ ਵਾਲੇ ਜ਼ਬੈਰ ਲਈ ਕਾਨੂੰਨ ਹੋਰ ਹੈ ਤੇ ਜਦੋਂ ਨੂਪੁਰ ਸ਼ਰਮਾ ਦੀ ਗੱਲ ਆਉਂਦੀ ਹੈ ਤੇ ਹੋਰ ਹੈ। ਜੇ ਅੰਕੜਿਆਂ ਦੇ ਹਿਸਾਬ ਨਾਲ ਜਾਈਏ, ਜੋ ਗਿਰਾਵਟ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅੰਕੜਿਆਂ ਦੇ ਵਿੱਚ ਆਈ ਹੈ, ਭਾਜਪਾ ਤੇ ਉਹਦੇ ਨਾਲੋਂ ਕਿਤੇ ਬਿਹਤਰ ਮਹਿਸੂਸ ਕਰ ਰਹੀ ਹੈ। ਵਿਧਾਨ ਸਭਾ ਦੇ ਵਿੱਚ 3 ਸੀਟਾਂ ਅਕਾਲੀ ਦਲ ਦੀਆਂ ਨੇ ਤੇ 2 ਭਾਜਪਾ ਦੀਆਂ ਨੇ। ਫਰਕ ਕੀ ਹੈ? ਇਹ ਤੇ ਜਿਹੜੀ ਸਾਂਝ ਇਹਨਾਂ 'ਚ ਰਹੀ ਹੈ ਬਾਦਲ ਪਰਿਵਾਰ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਵਿੱਚ, ਉਹ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਤੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਆਪਣੇ ਐਕਸਪਰਟ ਕੁਲਦੀਪ ਸਿੰਘ ਹੀਰ ਜੀ ਦੇ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੁਲੀਨ, ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਕੱਲ੍ਹ ਖਤਮ ਹੋਇਆ। ਬਹੁਤੇ ਘਾਗ ਸਿਆਸਤਦਾਨ, ਸਿਆਣੇ ਬਿਆਣੇ ਤਾਂ ਘਰ ਬੈਠੇ ਸੀ, ਉਹਨਾਂ ਨੂੰ ਤਾਂ ਮੌਕਾ ਨਹੀਂ ਮਿਲਿਆ, ਪਰ ਨਵੇਂ ਪੁਰਾਣੇ ਜਿਹੜੇ ਥੋੜ੍ਹੇ ਬਹੁਤੇ ਸੀ ਉਹ ਬਹੁਤ ਆਪਸ 'ਚ ਭਿੜਦੇ ਹੋਏ ਨਜ਼ਰ ਆਏ। ਜੇ ਮੋਟੀ ਗੱਲ ਕਰੀਏ ਤੇ ਕੀ ਕੁਝ ਮਿਲਿਆ ਵਿਧਾਨ ਸਭਾ ਸੈਸ਼ਨ ਤੋਂ? ਜਿਨ੍ਹਾਂ ਵਿਅਕਤੀਆਂ ਨੇ ਪਹਿਲੀ ਵਾਰੀ ਇੰਟਰਸਟ ਦੇ ਨਾਲ ਇਹ ਕਾਰਵਾਈ ਵੇਖੀ ਹੈ ਨਾ, ਉਹਨਾਂ ਨੂੰ ਇਹ ਲੜਾਈ ਪੜ੍ਹਾਈ ਜਿਹੜੀ ਹੈ ਨਵੀਂ ਲੱਗੀ ਹੋਵੇਗੀ। ਅਤੇ ਜੇ ਮੈਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ, ਆਪਣੇ ਪਿਛਲੇ ਤਜਰਬੇ ਦੇ ਹਿਸਾਬ ਨਾਲ ਮੈਂ ਦੱਸਣਾ ਚਾਹਵਾਂ, ਅਤੇ ਇਹ ਉਸ ਲੜਾਈ ਦਾ ਚੌਥਾ ਹਿੱਸਾ ਵੀ ਨਹੀਂ ਸੀ ਜੋ ਪਿਛਲੇ ਸਾਲਾਂ ਦੇ ਵਿੱਚ ਹੁੰਦੀ ਰਹੀ ਹੈ ਇਸੇ ਸਦਨ ਦੇ ਵਿੱਚ। ਦੂਸਰੇ ਜਿਹੜੇ ਸਦਨ ਨੇ, ਲੋਕ ਸਭਾ, ਰਾਜ ਸਭਾ ਦੇ, ਤੇ ਕਿਆ ਗੱਲ ਕਰਨੀ। ਫੁੱਲ ਝੜੀਆਂ ਖੂਬ ਚੱਲੀਆਂ ਨੇ। ਵਿਰੋਧੀ ਧਿਰ ਭਾਵੇਂ ਗਿਣਤੀ ਵਿੱਚ ਘੱਟ ਸੀ, ਪਰ ਫਿਰ ਵੀ ਆਪਣੀ ਹਾਜ਼ਰੀ ਉਹਨਾਂ ਨੇ ਲਗਵਾਈ ਜ਼ਰੂਰ ਹੈ। ਇਹ ਛੋਟੀ ਗੱਲ ਨਹੀਂ ਕਿ 117 ਸੀਟਾਂ ਵਿੱਚੋਂ ਹਾਕਮ ਧਿਰ ਦੇ ਕੋਲ 92 ਹੋਣ ਅਤੇ ਵਿਰੋਧੀਆਂ ਕੋਲ ਵੰਡੀਆਂ ਹੋਈਆਂ ਸੀਟਾਂ ਹੋਣ 2-3 ਪਾਰਟੀਆਂ ਦੇ ਕੋਲ, ਫਿਰ ਵੀ ਉਹ ਆਪਣੀ ਗੱਲ ਮਾੜੀ ਮੋਟੀ ਰੱਖਣ। ਪਹਿਲੇ ਦਿਨ ਸਮੇਂ ਤੋਂ ਰੌਲਾ ਪਿਆ ਕਿ ਸਮਾਂ ਕਿਹਨੂੰ ਦੇਣਾ, ਕਿੰਨਾ ਦੇਣਾ। ਖੈਰ, ਉਹ ਸੀਟਾਂ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਨੂੰ ਬਹੁਤਾ ਮਿਲਣਾ ਸੀ, ਅਕਾਲੀਆਂ ਨੂੰ ਵੀ ਮਿਲਿਆ, ਕਾਂਗਰਸ ਨੂੰ ਵੀ ਮਿਲਿਆ, ਭਾਰਤੀ ਜਨਤਾ ਪਾਰਟੀ ਨੂੰ ਵੀ ਮਿਲਿਆ, ਸਾਰਿਆਂ ਦੀ ਵਾਰੀ ਆਈ। ਪਰ ਇੱਕ ਜਿਹੜਾ ਨਾਂ ਜਿਹੜਾ ਸੀ ਐਬਸੈਂਟ ਨਜ਼ਰ ਆਇਆ, ਜਿਹੜਾ ਪਿਛਲੇ ਇੱਕ ਦਿਨਾਂ ਇਜਲਾਸ ਦੇ ਵਿੱਚ ਬਹੁਤਾ ਚਮਕਿਆ ਸੀ, ਉਹ ਸੀ ਰਾਣਾ ਗੁਰਜੀਤ ਸਿੰਘ। ਇਸ ਵਾਰੀ ਨਜ਼ਰ ਨਹੀਂ ਆਏ ਉਹ। ਜਿਹੜੇ ਕਾਂਗਰਸ ਦੇ ਚਿਹਰੇ ਅੱਗੇ ਨਜ਼ਰ ਆਏ ਨੇ, ਉਹਨਾਂ ਵਿੱਚ ਸਭ ਤੋਂ ਪ੍ਰਮੁੱਖ ਤੌਰ 'ਤੇ ਸੁਖਪਾਲ ਸਿੰਘ ਖਹਿਰਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਗਟ ਸਿੰਘ ਜਿਹੜੇ ਸੀ, ਇਹਨਾਂ ਨੇ ਆਵਾਜ਼ ਉਠਾਈ ਆ ਅਤੇ ਆਪਣਾ ਕੁਛ ਹੋਣਾ ਦੱਸਿਆ ਕਿ ਅਸੀਂ ਵੀ ਇਸ ਸਦਨ ਦੇ ਵਿੱਚ ਮੌਜੂਦ ਹਾਂ ਅਤੇ ਸਾਡੀ ਹਾਜ਼ਰੀ ਲੱਗ ਜਾਣੀ ਚਾਹੀਦੀ ਚੰਗੀ ਤਰ੍ਹਾਂ। ਹੁਣ ਰਾਣਾ ਗੁਰਜੀਤ ਸਿੰਘ ਦੀ ਗੈਰ ਹਾਜ਼ਰੀ ਜਾਂ ਉਹਨਾਂ ਦੀ, ਭਾਵੇਂ ਉੱਥੇ ਹਾਜ਼ਰ ਹੋਣਗੇ ਜਾਂ ਨਹੀਂ ਹੋਣਗੇ, ਕਿੰਨਾ ਸਮਾਂ ਸਦਨ 'ਚ ਹਾਜ਼ਰ ਰਹੇ ਨੇ ਇਸ ਗੱਲ ਦਾ ਪਤਾ ਨਹੀਂ, ਕਿਤੇ ਵਿਦੇਸ਼ ਤਾਂ ਨਹੀਂ ਗਏ ਹੋਏ। ਇੱਕ ਹੋਰ ਕਈ ਗੱਲਾਂ ਵੱਲੋਂ ਵੀ ਸੰਕੇਤ ਕਰਦੀ ਹੈ
ਉਹ ਕੀ ਗੱਲਾਂ ਨੇ ਇਹ ਭਵਿੱਖ ਦੀ ਬੁੱਕਲ ਦੇ ਵਿੱਚ ਨੇ, ਉਹ ਫੇਰ ਕਿਤੇ ਕਰਾਂਗੇ। ਇਹ ਵੀ ਵਿੱਚ ਕਨਸੂਆਂ ਮਿਲਦੀਆਂ ਰਹਿੰਦੀਆਂ ਸਨ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਵੱਲ ਨੂੰ ਉਹਨਾਂ ਦਾ ਝੁਕਾਅ ਵੱਧ ਰਿਹਾ। ਖੈਰ ਵਿਧਾਨ ਸਭਾ ਦਾ ਸੈਸ਼ਨ ਮੁਕੰਮਲ ਹੋਇਆ, ਬਜਟ ਸੈਸ਼ਨ ਸੀ, ਪਰ ਇਕੱਲੇ ਬਜਟ 'ਤੇ ਘੱਟ ਗੱਲ ਹੋਈ ਹੈ ਅਤੇ ਉਸ ਤੋਂ ਇਲਾਵਾ ਹੋਰ ਮੁੱਦਿਆਂ 'ਤੇ ਬਹੁਤੀ ਗੱਲਬਾਤ ਹੋਈ ਆ। ਉਹ ਮੁੱਦੇ ਵੀ ਬਹੁਤ ਅਹਿਮ ਸਨ। ਵਿਰੋਧੀ ਧਿਰ ਨੇ ਇੱਕ ਵਾਰੀ ਤੇ ਘੇਰਿਆ ਸਰਕਾਰ ਨੂੰ, ਪਰ ਵਿਰੋਧੀ ਧਿਰ ਨੇ ਜਿੰਨਾ ਕੁ ਘੇਰਿਆ ਉਸਦੇ ਜਵਾਬ ਦੇਣ ਦੇ ਵਿੱਚ, ਬਹੁਤਿਆਂ ਜਵਾਬਾਂ ਦੇ ਦੇਣ ਦੇ ਵਿੱਚ ਸਮਰੱਥ ਨਜ਼ਰ ਆਈ ਹਾਕਮ ਧਿਰ। ਇੱਕ ਹੋਰ ਚੀਜ਼ ਜਿਹੜੀ ਇਸ ਗੱਲ ਵਿੱਚੋਂ ਉੱਭਰ ਕੇ ਸਾਹਮਣੇ ਆਈ ਹੈ, ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰਭਾਵ ਬਣ ਗਿਆ ਸੀ ਕਿ ਭਗਵੰਤ ਮਾਨ ਇਕੱਲੇ ਜਰਨੈਲ ਜਾਪ ਰਹੇ ਸਨ ਆਮ ਆਦਮੀ ਪਾਰਟੀ ਦੇ ਪਿਛਲੀ ਵਾਰੀ ਦੇ ਇਜਲਾਸ ਵਿੱਚ, ਭਾਵੇਂ ਇੱਕ ਦਿਨ ਦਾ ਸੀ। ਉਹ ਹਰ ਗੱਲ ਦਾ ਜਵਾਬ ਦੇ ਰਹੇ ਸਨ। ਕੋਈ ਬੋਲਦਾ ਸੀ ਮੈਂ ਦੱਸਦਾ, ਉਹ ਜਵਾਬ ਦੇ ਵੀ ਦਿੰਦੇ ਨੇ। ਖੈਰ ਉਹਨਾਂ ਨੂੰ ਬੋਲਣ ਦੀ ਕਲਾ ਹੈ, ਮੁਹਾਰਤ ਹੈ, ਇਸੇ ਗੱਲ ਦੇ ਕਾਇਲ ਨੇ ਲੋਕ ਉਹਨਾਂ ਦੇ। ਪਰ ਦੂਸਰੇ ਪਾਸੇ ਕੁਝ ਨਾਮ ਮਿਸਿੰਗ ਸਨ ਜਿਨ੍ਹਾਂ ਨੂੰ ਜਿਹੜਾ ਹੈ ਉਹ ਕੋਈ ਲੋਕ ਇੰਨਾ ਜਾਣਦੇ ਪਛਾਣਦੇ ਨਹੀਂ ਸੀ। ਇਸ ਵਾਰੀ ਉਹਨਾਂ ਵਿੱਚੋਂ ਵੀ ਜਿਨ੍ਹਾਂ ਨੇ ਵੱਧ ਹਾਜ਼ਰੀ ਲਵਾਈ ਹੈ, ਉਹਨਾਂ ਵਿੱਚ ਅਨਮੋਲ ਗਗਨ ਮਾਨ ਵੀ ਹੈ, ਸਾਡੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ, ਟਰਾਂਸਪੋਰਟ ਮੰਤਰੀ ਨੇ, ਜੇਲ੍ਹ ਮੰਤਰੀ ਹਰਜੋਤ ਬੈਂਸ ਨੇ। ਇਹ ਨਾਮ ਜਿਹੜੇ ਨੇ ਉੱਭਰ ਕੇ ਸਾਹਮਣੇ ਆਏ ਨੇ। ਅਤੇ ਜੈ ਕਿਸ਼ਨ ਰੋੜੀ ਜਿਹੜੇ ਨੇ ਉਹ ਦੂਸਰੀ ਵਾਰੀ ਜਿਹੜੇ ਥੋੜ੍ਹੇ ਕੁ ਵਿਧਾਇਕ ਬਣੇ ਨੇ ਉਹਨਾਂ ਵਿੱਚੋਂ ਇੱਕ ਨੇ, ਔਰ ਦੁਆਬੇ ਦੀ ਧਰਤੀ ਵਿੱਚੋਂ ਇੱਕੋ ਇੱਕ ਵਿਧਾਇਕ ਜੋ 17 ਦੇ ਵਿੱਚ ਬਣੇ ਸੀ, ਜੈ ਕਿਸ਼ਨ ਸਿੰਘ ਰੋੜੀ, ਉਹ ਡਿਪਟੀ ਸਪੀਕਰ ਬਣ ਗਏ ਜੀ। ਜਦੋਂ ਇਹ ਨਵੀਂ ਸਰਕਾਰ ਬਣੀ ਆ ਤੇ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਜਿਹੜੀਆਂ ਵਾਧੂ ਪੈਨਸ਼ਨਾਂ ਵਿਧਾਇਕਾਂ ਕੋ ਅਸੀਂ ਕੱਟ ਦੇਣੀਆਂ, ਇੱਕ ਵਿਧਾਇਕ ਇੱਕ ਪੈਨਸ਼ਨ ਦੀ ਨੀਤੀ ਅਸੀਂ ਸ਼ੁਰੂ ਕਰਾਂਗੇ। ਰਾਜਪਾਲ ਕੋਲ ਗਏ ਆਰਡੀਨੈਂਸ ਲੈ ਕੇ, ਉਹਨਾਂ ਨੇ ਕਿਹਾ ਪਹਿਲਾਂ ਵਿਧਾਨ ਸਭਾ 'ਚ ਤੁਸੀਂ ਜਾ ਕੇ ਬਿੱਲ ਪਾਸ ਕਰੋ। ਕੱਲ ਫਾਈਨਲੀ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਬਿੱਲ ਜਿਹੜਾ ਭਗਵੰਤ ਮਾਨ ਨੇ ਪਾਸ ਕਰ ਦਿੱਤਾ। ਸਵਾਲ ਮੇਰਾ ਇਹ ਹੈ ਕਿ ਹੁਣ ਖਜ਼ਾਨੇ ਦਾ ਜਿਹੜਾ ਸਾਹ ਆ ਪੰਜਾਬ ਦੇ ਖਜ਼ਾਨੇ ਦਾ, ਉਹ ਸੌਖਾ ਹੋ ਜੂ, ਮਿਲੂ ਥੋੜ੍ਹੀ ਰਾਹਤ? ਮੈਨੂੰ ਨਹੀਂ ਲੱਗਦਾ। ਇਸ ਨਾਲ ਊਠ ਤੋਂ ਛਾਣ ਨਹੀਂ ਲਾਉਣ ਵਾਲੀ ਗੱਲ ਹੈ, ਪਰ ਕਦਮ ਚੰਗਾ ਹੈ। ਇਸ ਗੱਲ ਦੇ ਵਿੱਚ ਕੋਈ ਤੁਸੀਂ ਮੇਰੀ ਗੱਲ ਤੋਂ ਗਲਤ ਅੰਦਾਜ਼ਾ ਨਾ ਲਾ ਲਿਓ, ਕਦਮ ਬਹੁਤ ਚੰਗਾ ਹੈ। ਪਰ ਪ੍ਰਤਾਪ ਸਿੰਘ ਬਾਜਵਾ ਥੋੜਾ ਅਪੋਜ਼ ਕਰਦੇ ਨਜ਼ਰ ਆਏ ਇਸ ਚੀਜ਼ ਨੂੰ। ਸਲਿਪਰੀ ਜਿਹਾ ਮੁੱਦਾ ਸੀ, ਇਸ ਕਰਕੇ ਉਹਨਾਂ ਨੇ ਕਈਆਂ ਨੇ ਅਪੋਜ਼ ਕੀਤਾ ਅਤੇ ਕਈਆਂ ਨੇ ਸਾਥ ਦਿੱਤਾ। ਹੁਣ ਜੇ ਕਹਿੰਦੇ ਨੇ ਕਿ ਸਾਨੂੰ ਵੱਧ ਤੋਂ ਵੱਧ ਪੈਨਸ਼ਨਾਂ ਚਾਹੀਦੀਆਂ ਨੇ, ਫਿਰ ਵੀ ਲੋਕ ਅਗੇਂਸਟ ਹੁੰਦੇ ਨੇ। ਆਮ ਲੋਕਾਂ ਦੀ ਨਬਜ਼ ਜਿਹੜੀ ਹੈ ਵੋਟਰ ਦੀ, ਜਾਂ ਆਮ ਪੰਜਾਬ ਦੇ ਬਸ਼ਿੰਦੇ ਜੋ ਕਹਿੰਦੇ ਸੀ, ਉਹ ਇਹੋ ਹੀ ਚਾਹੁੰਦੇ ਸੀ ਕਿ ਇੱਕ ਵਿਧਾਇਕ ਇੱਕ ਪੈਨਸ਼ਨ, ਇੱਕ ਵਾਰੀ ਦੀ ਵਿਧਾਇਕੀ ਚਾਹੇ 4 ਵਾਰੀ ਦੀ, ਉਹਦੀ ਪੈਨਸ਼ਨ ਇੱਕੋ ਚਾਹੀਦੀ। ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਆਪਣੀ ਪੈਨਸ਼ਨ ਦਾ ਖੁਲਾਸਾ ਕਰ ਚੁੱਕੇ ਨੇ ਕਿ ਮੈਨੂੰ ਨਹੀਂ ਪੈਨਸ਼ਨ ਚਾਹੀਦੀ, ਮੇਰੇ ਕੋਲ ਹੋਰ ਸੋਰਸਿਸ ਬਹੁਤ ਨੇ। ਖੈਰ ਸਾਰਿਆਂ ਕੋਲ ਸੋਰਸਿਸ ਨਹੀਂ। ਭਗਵੰਤ ਮਾਨ ਨੇ ਠੋਕ ਕੇ ਗੱਲ ਕਹਿ ਦਿੱਤੀ ਹੈ ਕਿ ਇੱਕੋ ਹੀ ਪੈਨਸ਼ਨ ਮਿਲਣੀ ਹੈ, ਤੁਹਾਨੂੰ ਕਿਸੇ ਨਾਲ ਧੱਕੇ ਨੇ MLA ਬਣਾਇਆ ਨੇ, ਤੁਸੀਂ ਫਿਰ ਕੇ ਮੰਗ ਕੇ ਟਿਕਟਾਂ ਲੈਂਦੇ ਹੋ ਪਾਰਟੀਆਂ ਤੋਂ, ਸਾਰੇ ਕੋਸ਼ਿਸ਼ ਕਰਦੇ ਹੋ, ਕੰਪੇਨਿੰਗ ਕਰਦੇ ਹੋ ਕਿ MLA ਬਣਨਾ, ਵਿਧਾਇਕ ਬਣਨਾ, ਅਤੇ ਇੱਕ ਪੈਨਸ਼ਨ ਨਾਲ ਗੁਜ਼ਾਰਾ ਕਰੋ। ਇੱਕ ਪੈਨਸ਼ਨ ਬਹੁਤ ਹੁੰਦੀ ਹੈ। ਖੈਰ ਇਹ ਗੱਲ ਬਿਲਕੁਲ ਦਰੁਸਤ ਉਹਨਾਂ ਦੀ ਜਾਪੀ ਹੈ। ਹਾਂ, ਇੱਕ ਚੰਗੀ ਰਕਮ ਜਿਹੜੀ ਹੈ ਪੰਜਾਬ ਨੂੰ ਬਚੇਗੀ, ਥੋੜਾ ਜਿਹਾ ਭਾਰ ਹੌਲਾ ਹੋਵੇਗਾ, ਮਾੜਾ ਜਿਹਾ ਐਵੇਂ ਕਿਣਕਾ ਮਾਤਰ, ਕਿਉਂਕਿ ਪੰਜਾਬ ਸਿਰ ਕਰਜ਼ੇ ਦੀਆਂ ਪੰਡਾਂ ਨੇ। ਅਜੇ ਹੋਰ ਦੱਸਿਆ ਜਾਂਦਾ ਕਿ 30,000 ਕਰੋੜ ਹੋਰ ਚੱਕਣਾ ਹੈ, ਅਤੇ ਗੱਲ ਇਹ ਹੈ ਕਿ ਵਿਆਜ ਨਹੀਂ ਦੇ ਹੋ ਰਿਹਾ। ਪਰ ਹੋਰ ਕਿੱਥੇ ਜਿਹੜੇ ਖਜ਼ਾਨੇ ਸਾਡੇ ਲੁਕੇ ਹੋਏ ਸਨ ਜਾਂ ਲੁੱਟ ਲੈ ਗਏ ਸਾਡੇ ਤੋਂ, ਉਹ ਦੇਖੋ, ਉਹ ਲੱਭਣ ਦੀ ਲੋੜ ਹੈ। ਜਦੋਂ ਉਹ ਸਾਹਮਣੇ ਆਉਣਗੇ ਨਾ, ਚਾਹੇ ਉਹ ਮਾਈਨਿੰਗ ਡਿਪਾਰਟਮੈਂਟ ਹੋਵੇ, ਚਾਹੇ ਕੇਬਲ ਇੰਡਸਟਰੀ ਹੋਵੇ, ਚਾਹੇ ਜੰਗਲਾਤ ਹੋਵੇ, ਟਰਾਂਸਪੋਰਟ, ਅਤੇ ਪਤਾ ਨਹੀਂ ਕਿਹੜੇ ਮਹਿਕਮੇ ਹੋਣਗੇ। ਮੈਡੀਕਲ ਦੀ ਵੀ ਗੱਲ ਵਿੱਚ ਹੀ ਆ ਗਈ ਹੈ। ਮੈਡੀਕਲ ਇਕੁਇਪਮੈਂਟ ਵਾਲੇ ਜਿਹੜੇ ਸਾਡੇ ਸਿਹਤ ਮੰਤਰੀ ਸੀ, ਜੇਲ੍ਹ ਵਿੱਚ ਬੈਠੇ ਹੋਏ ਨੇ। ਜਦੋਂ ਸਾਰਾ ਕੁਛ ਨਿਕਲ ਕੇ ਇਹ 2-4 ਸਾਲਾਂ ਦੇ ਵਿੱਚ ਸਾਹਮਣੇ ਆਵੇਗਾ ਅਤੇ ਜੋੜ ਤੋੜ ਲੱਗਣਗੇ ਕਿ ਕਿੱਥੇ ਇਹ ਜਿਹੜੀਆਂ ਨੇ ਜ਼ੀਰੋਆਂ ਕਿੰਨੀਆਂ ਲੱਗੀਆਂ ਹੋਈਆਂ ਸੀ, ਸਿਫਰ ਕਿੰਨੇ ਲੱਗੇ ਨੇ, ਅਤੇ ਉਹਦੇ ਮੋਹਰੇ ਦੂਣੀ ਪੈਂਦੀ ਹੈ, ਤੀਆ ਪੈਂਦਾ ਹੈ, 10,000 ਕਰੋੜ ਹੈ, 15 ਹੈ, 20 ਹੈ, 30 ਹੈ, 40, ਪਤਾ ਨਹੀਂ ਕੀ ਬਣਨਾ। ਫਿਰ ਗੱਲ ਬਣੇਗੀ। ਅਸਲ ਬੱਚਤ ਸਾਡੀ ਉਹ ਹੋਣੀ ਹੈ। ਅਜੇ ਤੇ ਸਰਕਾਰ ਕਰਜ਼ਾ ਲੈ ਕੇ ਕੰਮ ਚਲਾ ਰਹੀ ਹੈ। ਪੈਨਸ਼ਨਾਂ ਵਾਲਾ ਇੱਕ ਚੰਗਾ ਕਦਮ ਹੈ। ਇਸ ਦੇ ਨਾਲ ਇੱਕ ਆਮ ਆਦਮੀ ਪਾਰਟੀ ਦਾ ਜੋ ਕੰਮ ਕਰਨ ਦਾ ਤਰੀਕਾ ਉਹ ਇਹ ਵੀ ਹੈ ਕਿ ਕੰਮ ਕਰੋ ਵੀ ਅਤੇ ਲੋਕਾਂ ਨੂੰ ਦੱਸੋ ਵੀ ਕਿ ਅਸੀਂ ਇਹ ਕੰਮ ਕਰ ਰਹੇ ਹਾਂ, ਅਤੇ ਉਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਇਹਨਾਂ ਦਾ ਆਧਾਰ ਬਚੇਗਾ। ਭਗਵੰਤ ਮਾਨ ਨੂੰ ਜਦੋਂ ਅਨਾਊਂਸ ਕਰਦੇ ਨੇ ਵੀ ਅਸੀਂ ਆਹ ਕੰਮ ਕਰਾਂਗੇ, ਫਿਰ ਵਿਰੋਧੀਆਂ ਵਾਲੇ ਸਵਾਲ ਸਾਡੇ ਮਨਾਂ 'ਚ ਵੀ ਪੈਦਾ ਹੁੰਦੇ ਨੇ ਵੀ ਪੈਸਾ ਕਿੱਥੋਂ ਆਊਗਾ। ਅਤੇ ਸੈਸ਼ਨ ਦੇ ਵਿੱਚ ਭਗਵੰਤ ਮਾਨ ਨੇ ਵਿਰੋਧੀਆਂ ਵੱਲ ਵੇਖ ਕੇ ਅੱਖਾਂ 'ਚ ਅੱਖਾਂ ਪਾ ਕੇ ਕਿਹਾ ਵੀ ਪੈਸਾ ਤੁਹਾਡੇ ਕੋਲੋਂ ਆਊਗਾ। ਉਹ ਖੈਰ ਉਹਨਾਂ ਨੇ ਚੁਟਕਲੇ ਵੀ ਸੁਣਾਏ ਨੇ। ਚੁਟਕਲੇ ਮੈਂ ਦੁਬਾਰਾ ਤਾਂ ਨਾ ਉਹ ਸੁਣਾਵਾਂ, ਕਿਉਂਕਿ ਉਹ ਇੰਨਾ ਲੰਬਾ ਸਮਾਂ ਉਹਨਾਂ ਨੇ ਚੁਟਕਲੇ ਸੁਣਾਏ ਨੇ ਲੋਕਾਂ ਨੂੰ, ਅਤੇ ਸੁਣਾਉਣ ਦਾ ਜਿਹੜਾ ਤੌਰ ਤਰੀਕਾ ਆ ਉਹਨਾਂ ਦਾ ਬਹੁਤ ਵਧੀਆ ਵੀ ਹੈ। ਟਾਈਮਿੰਗ ਬੜੀ ਸੋਹਣੀ ਹੈ, ਅਤੇ ਪੰਚ ਲਾਈਨ ਉਹਨਾਂ ਦੀ ਬੜੀ ਜ਼ਬਰਦਸਤ ਹੁੰਦੀ ਹੈ, ਅਤੇ ਉਹ ਕੰਮ ਤੇ ਅਸੀਂ ਤਾਂ ਨਾ ਕਰੀਏ। ਖੈਰ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਦੇਖੋ ਅਸੀਂ ਅਜੇ ਤਾਂ ਸਿਰਫ ਕਿਸੇ ਦਾ ਨਾਮ ਹੀ ਲਿਆ ਕਿ FIR ਦਰਜ ਕਰਨੀ ਜਾਂ ਨਹੀਂ ਕਰਨੀ।
ਇਹ ਆਪਣੇ ਆਪ ਹੀ ਪਹੁੰਚ ਜਾਂਦੇ ਨੇ ਕੋਰਟ ਅਦਾਲਤਾਂ ਦੇ ਕੋਲ ਕਿ ਸਾਨੂੰ ਅਗਾਊਂ ਜ਼ਮਾਨਤ ਦੇ ਦਿਓ, ਸਾਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਹਫ਼ਤਾ ਦੱਸ ਦਿਓ। ਉਹ ਕਹਿੰਦੇ ਵੀ ਅਸੀਂ ਅਜੇ ਕਾਗਜ਼ ਪੱਤਰ ਇਕੱਠੇ ਕਰ ਰਹੇ ਹਾਂ, 1-2 ਮੰਤਰੀ ਹੋਰ ਲਾਈਨ ਦੇ ਵਿੱਚ ਨੇ, ਇੱਕ ਨੂੰ ਜ਼ਮਾਨਤ ਮਿਲ ਵੀ ਗਈ ਹੈ ਭੋਆ ਵਾਲੇ ਨੂੰ, ਉਹ ਖੈਰ ਉਹਨਾਂ ਦੇ ਕੇਸ ਪਿਆ ਹੋਇਆ। ਹੋਰ ਜਿਹੜੇ ਸਾਧੂ ਸਿੰਘ ਧਰਮਸੋਤ ਜਿਹੜੇ ਨੇ ਉਹਨਾਂ ਦਾ ਰਿਮਾਂਡ ਵੱਧਦਾ ਜਾ ਰਿਹਾ, ਤੇ ਹੋਰ ਕੌਣ ਗ੍ਰਿਫਤ ਦੇ ਵਿੱਚ ਆਵੇਗਾ ਇਸ ਗੱਲ ਦਾ ਅਜੇ ਪਤਾ ਨਹੀਂ। ਪਰ ਭਗਵੰਤ ਮਾਨ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਉਹਦੇ ਨਾਲ ਆ ਗਈ ਨਾ ਗੱਲ ਕਿ ਪੈਸਾ ਕਿੱਥੋਂ ਆਵੇਗਾ, ਉਹਨਾਂ ਤੁਸੀਂ ਜੋੜ ਕੇ ਵੇਖ ਲਓ ਪੈਸਾ। ਜੇ ਵਾਕਿਆ ਹੀ ਇਹ ਸਾਡਾ ਘਪਲੇ ਜਿਹੜੇ ਨੇ ਰੁਕ ਜਾਂਦੇ ਨੇ। ਹੁਣ ਇੱਕ ਗੱਲ ਮੈਂ ਸਵਾਲ ਤੁਹਾਨੂੰ ਪੁੱਛਦਾ, ਤੁਸੀਂ ਮੈਨੂੰ ਦੀਨਮਾਨ ਨਾਲ ਇਹ ਗੱਲ ਦੱਸੋ ਕਿ ਚਲੋ ਸਾਬਤ ਕੱਲ ਨੂੰ ਕਿਸੇ ਤੇ ਹੁੰਦੇ ਜਾਂ ਨਹੀਂ ਹੁੰਦੇ, ਇਹ ਗੱਲ ਝੂਠ ਹੈ ਕਿ ਸਾਡੇ ਹਰ ਮਹਿਕਮੇ ਦੇ ਵਿੱਚ ਹਿੱਸਾ ਪੱਤੀ ਰੱਖਿਆ ਜਾਂਦਾ ਹੈ। 75-25 ਕਿੱਥੇ ਨਹੀਂ ਹੋ ਰਿਹਾ? ਕੋਈ ਮਹਿਕਮਾ ਤੁਸੀਂ ਇੱਕ ਦੱਸ ਸਕਦੇ ਹੋ ਜਿਹੜਾ ਬਿਲਕੁਲ ਓਨੈਸਟੀ ਤੇ, ਚਲੋ ਮੈਂ ਕਹਿੰਦਾ ਜ਼ਿਆਦਾ ਨਹੀਂ ਤੇ 90% ਤੇ ਓਨੈਸਟੀ ਹੋਵੇ, 10% ਉਸ ਵਿੱਚੋਂ ਕੋਈ ਘਪਲਾ ਕਰ ਜਾਵੇ ਤੇ ਕੋਈ ਬਹੁਤਾ ਮਾਲੂਮ ਨਾ ਹੋਵੇ। ਚਲੋ ਦੁਨੀਆ ਵਿੱਚ ਬਿਜ਼ਨਸ ਨਹੀਂ ਹੁੰਦਾ ਕਰਪਸ਼ਨ ਦਾ, ਹਰ ਜਗ੍ਹਾ ਕਿਤੇ ਫੇਵਰੇਟਿਜ਼ਮ ਹੈ, ਕਿਤੇ ਕਰਪਸ਼ਨ ਹੈ, ਸਭ ਕੁਝ ਚੱਲਦਾ ਹੈ। ਪਰ ਇੰਨਾ ਸ਼ਰੇਆਮ ਨੰਗਾ ਨਾਚ ਜਿਹੜਾ ਇਹ ਕਰਪਸ਼ਨ ਦਾ ਹੋਇਆ, ਭ੍ਰਿਸ਼ਟਾਚਾਰ ਦਾ ਸਾਡੇ ਮੁਲਕ ਦੇ ਵਿੱਚ ਹੋ ਰਿਹਾ ਅੱਜ ਦੀ ਡੇਟ ਵਿੱਚ ਵੀ। ਜੇ ਅਸੀਂ ਇੱਕ ਗੱਲ ਮੈਂ ਜੋ ਦਾਅਵਾ ਕਰ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਕਿ ਅਸੀਂ ਭ੍ਰਿਸ਼ਟਾਚਾਰ ਤੇ ਕਾਬੂ ਪਾ ਲਿਆ, ਕਾਬੂ ਨਹੀਂ ਪਾ ਲਿਆ ਅਜੇ। ਤੇ ਮੈਂ ਸਮਝਦਾ ਕਿ ਉਹਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਕਿ ਕਿੱਥੇ ਹੋ ਰਿਹਾ ਕਾਬੂ। ਤੇ ਜਦੋਂ ਪਏਗਾ ਤੇ ਫਿਰ ਪਤਾ ਲੱਗੇਗਾ ਕਿ ਖਜ਼ਾਨੇ ਵਿੱਚ ਮਾਇਆ ਆਉਂਦੀ ਕਿੱਥੋਂ ਆ, ਜਾਂਦੀ ਦਾ ਤਾਂ ਫਿਰ ਤੇਰੇ ਪਤਾ ਨਹੀਂ ਲੱਗਣਾ। ਤੇ ਪਰ ਖਜ਼ਾਨੇ ਫੇਰ ਭਰਨਗੇ, ਜਿਸ ਨੂੰ ਕਦੀ ਖਾਲੀ ਖਜ਼ਾਨਾ ਮੰਤਰੀ, ਕਦੀ ਪੀਪਾ ਮੰਤਰੀ, ਕਦੀ ਕੁਛ ਆਖਿਆ ਜਾਂਦਾ ਰਿਹਾ। ਬਿਲਕੁਲ ਜੀ, ਲੁੱਟਿਆ ਤੇ ਚੱਟਿਆ ਖਜ਼ਾਨਾ ਭਗਵੰਤ ਮਾਨ ਤੇ ਕਹਿੰਦੇ ਨੇ ਹਰਾ ਹੋਊਗਾ, ਪਰ ਅਸੀਂ ਦੇਖਾਂਗੇ ਕਦੋਂ ਹਰਾ ਹੁੰਦਾ ਹੈ। ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਹੋਈਆਂ ਵਿਧਾਨ ਸਭਾ 'ਚ ਜਦੋਂ ਵਿਰੋਧੀ ਤੇ ਸੱਤਾਧਾਰੀ ਧਿਰ ਇੱਕ ਦੂਜੇ ਦੇ ਸਾਹਮਣੇ ਨਜ਼ਰ ਆਏ, ਪਰ ਇੱਕ ਮਤਾ ਅਜਿਹਾ ਪਾਸ ਹੋਇਆ ਜਦੋਂ ਵਿਰੋਧੀ ਧਿਰਾਂ ਸੱਤਾਧਾਰੀ ਦੇ ਨਾਲ ਹੋ ਗਈਆਂ। ਅਗਨੀਪਥ ਸਕੀਮ ਦੇ ਖਿਲਾਫ ਮਤਾ, ਉਸ ਦੌਰਾਨ ਭਾਜਪਾ ਦੇ ਜਿਹੜੇ 2 ਵਿਧਾਇਕ ਸੀ ਅਸ਼ਵਨੀ ਸ਼ਰਮਾ ਤੇ ਜੰਗੀ ਲਾਲ ਮਹਾਜਨ, ਉਹ ਇਸ ਚੀਜ਼ ਨੂੰ ਅਪੋਜ਼ ਕਰਦੇ ਨਜ਼ਰ ਆਏ। ਅਸ਼ਵਨੀ ਸ਼ਰਮਾ ਨੇ ਕੁਲਦੀਪ ਜੀ ਇਹ ਕਿਹਾ ਕਿ 21 ਸਾਲਾਂ ਦੇ ਵਿੱਚ ਅਸੀਂ ਲੱਖਪਤੀ ਬਣਾ ਦੇਣਾ ਨੌਜਵਾਨਾਂ ਨੂੰ। ਤੁਹਾਡੇ ਕੋਲ ਨੌਜਵਾਨ ਅੱਜ ਤੱਕ ਹੈਗੇ ਨੇ ਜਿਹੜੇ 21 ਸਾਲਾਂ ਦੇ ਵਿੱਚ ਲੱਖਪਤੀ ਹੋ ਜਾਂਦੇ ਨੇ? ਕੀ ਸਮਝਦੇ ਹੋ ਤੁਸੀਂ ਇਸ ਚੀਜ਼ ਨੂੰ? ਮੈਨੂੰ ਸਮਝ ਨਹੀਂ ਆਉਂਦਾ, ਇਸ ਗੱਲ ਦੀ ਨਹੀਂ ਸਮਝ ਆਉਂਦੀ। ਕਿਸੇ ਨੂੰ ਲੱਖਪਤੀ ਬਣਾ ਦੇਣਾ ਕੋਈ ਏਜੰਡਾ ਹੈ, ਜਾਂ ਉਸ ਨੂੰ ਜ਼ਿੰਦਗੀ ਭਰ ਦੀ ਸੁਰੱਖਿਆ ਦੇਣਾ ਜੌਬ ਦੀ, ਤੇ ਉਸਦੀ ਮੈਡੀਕਲ ਦੀ, ਪਰਿਵਾਰ ਦੀ, ਉਸਦੇ ਬੱਚਿਆਂ ਨੂੰ ਪਾਲਣ ਦੀ, ਜੋ 21 ਸਾਲਾਂ ਦਾ ਹੋ ਚੁੱਕਾ ਹੈ। ਉਹ ਸਰਟਨ ਲੈਵਲ ਤੇ ਤਾਂ ਜ਼ਿੰਦਗੀ ਦਾ ਇੱਕ ਪੜਾਅ ਜਿਹੜਾ ਉਸਦੇ ਮਾਪਿਆਂ ਨੇ ਪੂਰਾ ਕੀਤਾ ਉਸਦਾ। ਚਲੋ ਤੁਸੀਂ ਉਸਨੂੰ ਰੁਜ਼ਗਾਰ ਜੇ ਦੇਣਾ ਹੀ ਆ, ਅਕਸਰ ਫਿਰ ਤੁਸੀਂ ਜੇ ਐਡਾ ਹੀ ਤੁਹਾਨੂੰ ਫਿਕਰ ਹੈ ਵੀ ਉਹਦੇ ਕੋਲ ਪੈਸੇ ਹੋਣ, ਉਹਦੇ ਕੋਲ ਰਕਮ ਜਮ੍ਹਾਂ ਪੂੰਜੀ ਹੋਵੇ, ਤੇ ਫਿਰ ਜ਼ਿੰਦਗੀ ਭਰ ਲਈ ਦਿਓ ਉਸ ਤੋਂ 4 ਸਾਲ ਕਿਉਂ 20 ਸਾਲ ਕੰਮ ਲਾਓ, 40 ਸਾਲ ਤੱਕ ਉਸਨੂੰ ਫੌਜ ਦੇ ਵਿੱਚ ਰੱਖੋ, ਫਿਰ ਰਿਟਾਇਰ ਕਰ ਦਿਓ, 45 ਤੱਕ ਰੱਖੋ। ਤੁਸੀਂ ਜਿਹੜਾ ਤਰੱਕੀ ਕਰਕੇ ਗਾਂਹ ਜਾਣਾ ਚਾਹੁੰਦਾ ਉਹਨੂੰ ਜਾਣ ਦਿਓ, ਤੇ ਫਿਰ ਬਾਅਦ ਵਿੱਚ ਜ਼ਿਆਦਾ ਨਹੀਂ ਪਰ ਉਸਦੀ ਸੁਰੱਖਿਆ ਵਾਸਤੇ ਕੁਝ ਪੈਨਸ਼ਨ ਤਾਂ ਦਿਓ। ਜਿਹੜੀ ਰਕਮ ਦੀ ਅੱਜ ਗੱਲ ਕਰ ਰਹੇ ਨੇ ਉਸ ਵਿੱਚ ਪ੍ਰਪੋਰਸ਼ਨੇਟ ਵਾਧਾ ਕੀ ਹੋਵੇਗਾ, ਇਹਦੇ ਬਾਰੇ ਵੀ ਅਜੇ ਦੱਸਿਆ ਨਹੀਂ ਕਿ ਅੱਜ ਤੋਂ 5 ਸਾਲ ਬਾਅਦ ਜਿਹੜਾ ਅਗਨੀਵੀਰ ਭਰਤੀ ਹੋਵੇਗਾ ਉਹਨੂੰ ਫਿਰ ਜਿਹੜਾ ਉਹਨੂੰ 4 ਸਾਲਾਂ ਬਾਅਦ ਹੁਣ ਮੈਂ ਰਿਟਾਇਰਮੈਂਟ ਕਹਾਂ ਕਿ ਕੀ ਕਹਾਂ, ਉਦੋਂ ਕਿੰਨੇ ਦਿੱਤੇ ਜਾਣਗੇ। ਸਰਕਾਰ ਕਲੀਅਰ ਇਸ ਮੁੱਦੇ ਤੇ ਬਹੁਤੀ ਨਹੀਂ ਹੈ। ਪਰ ਗੱਲ ਇੱਕ ਹੈ ਕਿ ਇਸ ਸਕੀਮ ਦੇ ਖਿਲਾਫ ਜਿਹੜਾ ਰੋਹ ਸੀ ਲੋਕਾਂ ਦਾ ਉਹ ਮੱਠਾ ਪੈਣਾ ਸ਼ੁਰੂ ਹੋ ਗਿਆ। ਮੁੱਦੇ ਹੋਰ ਉੱਠ ਕੇ ਖੜੇ ਹੋ ਗਏ ਨੇ ਪੂਰੇ ਭਾਰਤ ਦੇ ਵਿੱਚ, ਲੋਕ ਜ਼ੋਰ ਲਾ ਕੇ ਹਟ ਗਏ ਨੇ। ਸਰਕਾਰ ਕੋਲ ਤਾਕਤ ਬਹੁਤ ਹੈ। ਪੰਜਾਬ ਸਰਕਾਰ ਨੇ ਇਹ ਮਤਾ ਪੇਸ਼ ਕਰ ਦਿੱਤਾ ਹੈ ਭਾਜਪਾ ਵਾਲਿਆਂ ਨੇ, ਤੇ ਔਖੇ ਹੋਣਾ ਹੀ ਸੀ, ਬਾਕੀ ਸਾਰਿਆਂ ਨੇ ਸਾਥ ਦਿੱਤਾ ਚਲੋ। ਪਰ ਗੱਲ ਇਹ ਹੈ ਪੰਜਾਬ ਸਰਕਾਰ ਦੇ ਮਤਾ ਪਾਉਣ ਨਾਲ ਹੋਵੇਗਾ ਕੀ? ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਸਰਕਾਰ ਨੇ ਤੇ ਮਤਾ ਉਦੋਂ ਵੀ ਪਾ ਦਿੱਤਾ ਸੀ ਕਿ ਖੇਤੀ ਕਾਨੂੰਨ ਨੂੰ ਅਸੀਂ ਰੱਦ ਕਰਦੇ ਹਾਂ। ਪਾਣੀਆਂ ਦੇ ਖਿਲਾਫ ਕਿੰਨੀ ਵਾਰੀ ਮਤੇ ਪੈ ਚੁੱਕੇ ਨੇ। ਉਹ ਮਤਾ ਤੇ ਬਿਲਕੁਲ ਉਸੇ ਤਰ੍ਹਾਂ ਹੈ ਕਿ ਜਿਵੇਂ ਘਰ ਬੈਠਾ ਕੋਈ ਮਤੇ ਪਾਈ ਜਾਂਦਾ ਹੈ, ਤੇ ਪਰ ਉੱਪਰ ਵਾਲੀ ਅਥਾਰਟੀ ਜਿਹੜੀ ਕੇਂਦਰ ਸਰਕਾਰ ਹੈ, ਫੈਸਲੇ ਤੇ ਉਹਨਾਂ ਨੇ ਕਰ ਲੈਣੇ ਨੇ। ਹੁਣ ਮੈਂ ਇਸ ਨੂੰ ਉਲਟਾ ਸੋਚਣਾ ਪੁੱਠੇ ਦਿਮਾਗ ਨਾਲ ਹੈ ਕਿ ਕਿਤੇ ਉਹ ਨਾ ਹੋਵੇ ਕਿ ਕੱਲ੍ਹ ਨੂੰ ਕੋਈ ਪੰਜਾਬ ਦਾ ਨੌਜਵਾਨ ਭਰਤੀ ਹੋਣ ਵਾਸਤੇ ਜਾਵੇ ਇਸੇ ਸਕੀਮ ਦੇ ਤਹਿਤ। ਅਕਸਰ ਨੌਜਵਾਨਾਂ ਦੇ ਕੋਲ ਪੱਲੇ ਰਿਹਾ ਕੁਛ ਨਹੀਂ ਵਿਚਾਰਿਆਂ ਦੇ, ਉਹ ਬੇਰੁਜ਼ਗਾਰੀ ਇਸ ਪੱਧਰ ਤੇ ਪਹੁੰਚ ਗਈ ਹੈ। ਉਹ ਕਹਿੰਦੇ ਚਲੋ ਹੋਰ ਨਾ ਕੁਝ ਤੇ 4 ਸਾਲ ਇੱਧਰ ਤੇ ਲਾਓ, ਫਿਰ ਦੇਖੀ ਜਾਊਗੀ, ਗਾਂਹ ਦੀ ਗਾਂਹ ਵੇਖੀ ਜਾਏਗੀ। ਗੱਲ ਇਹ ਹੈ ਇਹ ਸਮੱਸਿਆਵਾਂ ਇਹਦੇ ਨਾਲ ਬਹੁਤ ਉਪਜਦੀਆਂ ਨੇ, ਉਪਜ ਸਕਦੀਆਂ ਨੇ। ਮਾਹਿਰ ਇਹ ਕਹਿ ਰਹੇ ਨੇ, ਫੌਜ ਦੇ ਸਾਬਕਾ ਜਰਨੈਲ ਇਹ ਕਹਿ ਰਹੇ ਨੇ ਕਿ ਇਹ ਅਸੀਂ ਜਿਹੜੇ 4 ਸਾਲਾਂ ਵਾਲੇ ਨੌਜਵਾਨ ਭਰਤੀ ਕਰਨੇ ਨੇ, ਇਹ ਫਿਰ ਜਦੋਂ ਜਿਹੜੇ ਅਫਸਰਾਂ ਦੇ ਇਹ ਮੁਤਹਿਤ ਹੋਣਗੇ, ਜਿਹੜੇ ਇਹਨਾਂ ਦੇ ਉੱਪਰ ਜਿਹੜੇ ਅਫਸਰ ਜਿਹੜੇ ਇਹਨਾਂ 'ਤੇ ਨਿਗਰਾਨੀ ਕਰਨਗੇ ਤੇ ਇਹਨਾਂ ਦੀ ਰਿਪੋਰਟ ਬਣਾਉਣਗੇ ਕਿ ਆਹ ਇਹਨਾਂ ਵਿੱਚੋਂ ਚੰਗਾ ਹੈ ਤੇ ਆਹ ਮਾੜਾ ਹੈ, ਉੱਥੇ ਕਿਸ ਕਿਸਮ ਦਾ ਸਿਸਟਮ ਪੈਦਾ ਹੋਵੇਗਾ ਤੇ ਕਿਸ ਕਿਸਮ ਦੇ ਚਾਪਲੂਸੀ ਵਾਲਾ ਤੇ ਇੱਕ ਅਫਸਰਸ਼ਾਹੀ ਵਾਲਾ ਸਿਸਟਮ ਜਿਹੜਾ ਫੌਜ ਦੇ ਅੰਦਰੋਂ ਅੰਦਰ ਹੀ ਪੈਦਾ ਹੋ ਜਾਵੇਗਾ, ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਕੀ ਹੋ ਰਿਹਾ। ਅਫਸਰਾਂ ਦੀਆਂ ਮਿੰਨਤਾਂ ਕਰਨੀਆਂ ਪੈਣਗੀਆਂ ਕਿ ਮੈਨੂੰ ਵੀ ਰੱਖ ਲਓ ਇੱਥੇ ਤੇ ਮੈਨੂੰ ਵੀ ਪੱਕਾ ਹੋ ਲੈਣ ਦਿਓ। ਉਹ ਕਿਹੜਾ ਕੀ ਸਿਸਟਮ ਬਣੇਗਾ?
ਜਿਹੜਾ ਇੱਕ ਵਾਰੀ ਪ੍ਰੀਖਿਆ ਦੇ ਕੇ ਪਾਸ ਹੋ ਕੇ ਉੱਥੇ ਗਿਆ ਹੈ, ਉਹਨੂੰ 4 ਸਾਲਾਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਤੇਰੇ ਕੋਲ ਭਾਈ ਇਸ ਬੈਚ ਦੇ ਵਿੱਚੋਂ ਅਸੀਂ 100 ਦੇ ਵਿੱਚੋਂ 50 ਰੱਖਣੇ ਸੀ, ਤੇਰਾ ਨੰਬਰ 51ਵਾਂ ਹੈ ਤੇ ਤੂੰ ਹੁਣ ਜਾ ਕਰਨ। ਉੱਥੇ ਕੀ ਨਹੀਂ ਹੋਵੇਗਾ? ਉਹ ਫਰਸਟ੍ਰੇਸ਼ਨ ਨਹੀਂ ਆਵੇਗੀ ਇੱਕ ਨੌਜਵਾਨ ਦੇ ਵਿੱਚ? 10-20 ਲੱਖ ਕੀ ਖੋਵੇਗਾ? ਕੀ ਉਸ ਦੀ ਵੈਲਿਊ ਆ? ਰੁਪਈਆ ਸਾਡਾ ਰੋਜ਼ ਥੱਲੇ ਨੂੰ ਜਾ ਰਿਹਾ ਹੈ। ਬਜਟ ਸਾਡੀ ਵਿੱਤ ਮੰਤਰੀ ਨੂੰ ਚੌਥੇ ਦਿਨ ਲੋਕ ਸਭਾ ਦੇ ਵਿੱਚ ਖੜੇ ਹੋ ਕੇ ਜਦ ਉਹ ਵੈਸੇ ਪ੍ਰੈਸ ਕਾਨਫਰੰਸ ਕਰਕੇ ਕਹਿਣਾ ਪੈਂਦਾ ਕਿ ਨਹੀਂ ਸਾਡਾ ਰੁਪਈਆ ਠੀਕ ਹੈ, ਅਮਰੀਕਨ ਜਿਹੜਾ ਹੈ ਉਹ ਰੁਪਈਆ ਡਾਲਰ ਜਿਹੜਾ ਹੈ ਬਹੁਤ ਜ਼ਿਆਦਾ ਮਜ਼ਬੂਤ ਹੋ ਰਿਹਾ। ਹਾਲਾਤ ਤੇ ਇਹ ਪੈਦਾ ਹੋਏ ਨੇ, ਪਰ ਗੱਲ ਇਹ ਹੈ ਮੈਂ ਇਹ ਸੋਚਦਾ ਕਿ ਕਿਤੇ ਇਹ ਨਾ ਹੋਵੇ ਕਿ ਪੰਜਾਬ ਦੇ ਕੋਈ ਨੌਜਵਾਨ ਭਰਤੀ ਹੋਣ ਵਾਸਤੇ ਜਾਣ ਇਸੇ ਸਕੀਮ ਵਿੱਚ ਅਤੇ ਉਹਨਾਂ ਨੂੰ ਕਹਿਣ ਕਿ ਤੁਹਾਡੀ ਸਰਕਾਰ ਨੇ ਤਾਂ ਮਤਾ ਸਾਡਾ ਰੱਦ ਕੀਤਾ ਹੋਇਆ, ਉਹਨਾਂ ਨੂੰ ਪੁੱਛ ਲਓ ਕਿਤੇ ਤੁਸੀਂ ਭਰਤੀ ਹੋਣਾ ਜਾਂ ਨਹੀਂ ਹੋਣਾ। ਉੱਥੇ ਕਿਤੇ ਇਸ ਤਰ੍ਹਾਂ ਨਾ ਫੇਵਰੇਟਿਜ਼ਮ ਨਾ ਹੋ ਜਾਵੇ। ਖੈਰ ਉਮੀਦ ਚੰਗੀ ਰੱਖਦੇ ਹਾਂ, ਪਰ ਇਹ ਸਕੀਮ ਮੁੜਨ ਵਾਲੀ ਜਾਪਦੀ ਨਹੀਂ, ਵਿਰੋਧ ਇਸ ਦਾ ਦਬਦਾ ਜਾ ਰਿਹਾ ਹੈ। ਉਹ ਗੱਲ ਬਣਦੀ ਜਾਪਦੀ ਨਹੀਂ ਕਿ ਜਿੰਨਾ ਕੁਛ ਲੋਕਾਂ ਨੂੰ ਲੱਗ ਰਿਹਾ ਸੀ, ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਸੀ, ਉਹ ਗੱਲ ਬਣ ਨਹੀਂ ਰਹੀ। ਜੀ, ਪੰਜਾਬ ਦੇ ਮੁੱਦਿਆਂ ਤੇ ਅਸੀਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅੱਜ 1 ਜੁਲਾਈ ਹੈ, ਅੱਜ ਤੋਂ 300 ਯੂਨਿਟ ਮਾਫ ਨੇ ਤੇ ਸਰਕਾਰ ਨੇ ਇਹਨੂੰ ਹਰੀ ਝੰਡੀ ਵੀ ਦੇ ਦਿੱਤੀ ਹੈ। ਸੈਸ਼ਨ ਦੇ ਵਿੱਚ 1800 ਕਰੋੜ ਇਹਦੇ ਵਾਸਤੇ ਰੱਖ ਲਿਆ ਗਿਆ। ਸਵਾਲ ਮੇਰਾ ਇਹ ਹੈ ਕਿ ਲੋਕ ਤੇ ਭਾਵੇਂ ਅੱਜ ਤੋਂ ਖੁਸ਼ ਹੋ ਜਾਣ, ਕੀ ਖਜ਼ਾਨਾ ਪਰੇਸ਼ਾਨ ਨਾ ਹੋਊਗਾ ਪੰਜਾਬ ਦਾ? ਖਜ਼ਾਨਾ ਪਰੇਸ਼ਾਨ ਹੋਵੇਗਾ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਬਿਜਲੀ ਮਹਿਕਮਾ PSPCL ਤੇ ਪਹਿਲਾਂ ਤੋਂ ਕਹਿ ਰਿਹਾ ਕਿ ਜਿਹੜੀ ਖੇਤੀ ਨੂੰ ਸਬਸਿਡੀ ਤੇ ਹੋਰ ਸਬਸਿਡੀ ਜਿਹੜੀ ਹੈ ਪਹਿਲਾਂ 100-200 ਯੂਨਿਟ ਜਿਹੜੇ ਮਾਫ ਕੀਤੇ ਹੋਏ ਨੇ ਪਿਛਲੀਆਂ ਸਰਕਾਰਾਂ ਦੁਆਰਾ, ਉਹਨਾਂ ਦੇ ਦੇਖੋ ਬਿਜਲੀ ਮਹਿਕਮੇ ਦਾ ਸਿੱਧਾ ਫੰਡਾ ਹੈ, ਉਹਨਾਂ ਨੇ ਆਪਣੇ ਕੋਲੋਂ ਕਿਸੇ ਨੂੰ ਕੁਝ ਫਰੀ ਨਹੀਂ ਜੇ ਦੇਣਾ। ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਗੱਲ ਪਹਿਲਾਂ ਵੀ ਕੀਤੀ ਹੈ, ਉਹ ਪੈਸਾ ਮਹਿਕਮੇ ਨੇ ਸਰਕਾਰ ਕੋਲੋਂ ਲੈਣਾ ਹੈ। ਵਾਅਦਾ ਕੋਈ ਵੀ ਕਰਦੀ ਸਰਕਾਰ ਕਰਦੀ ਹੈ, ਮਹਿਕਮਾ ਨਹੀਂ ਕਰਦਾ। ਮਹਿਕਮਾ ਕਿਸੇ ਨੂੰ ਫਰੀ ਨਹੀਂ ਦੇ ਸਕਦਾ। ਹੋ ਸਕਦਾ ਆਪਣੇ ਇੰਪਲਾਈਜ਼ ਲਈ ਉਹਨਾਂ ਦੀ ਕੋਈ ਰਿਆਇਤ ਹੋਵੇ, ਮੈਂ ਕਹਿ ਨਹੀਂ ਸਕਦਾ, ਪਰ ਸਰਕਾਰ ਨੇ ਜਦੋਂ ਇਹ ਕਹਿਣਾ ਹੈ ਕਿ ਆਹ ਸਕੀਮ ਅਸੀਂ ਲਾਗੂ ਕੀਤੀ ਹੈ ਅਤੇ ਇਹਦੇ ਤਹਿਤ ਇਸ ਹਿਸਾਬ ਨਾਲ ਬਿੱਲ 100, 200, 300, 400, 500, 600 ਯੂਨਿਟ ਤੱਕ ਮਾਫ ਕਰਨੇ ਨੇ। ਪੰਜਾਬ ਵਿੱਚ ਅੱਜ ਤੋਂ ਲਾਗੂ ਹੋ ਗਈ ਸਕੀਮ। 300 ਯੂਨਿਟ ਮਹੀਨੇ ਦਾ ਅਤੇ 2 ਮਹੀਨਿਆਂ ਦਾ ਬਿੱਲ ਆਉਂਦਾ ਹੈ ਅਤੇ 600 ਯੂਨਿਟ ਜਿਹੜਾ ਉਸ ਸਮੇਂ ਦਾ ਉਹ ਤੁਹਾਨੂੰ ਮਾਫ ਹੋਵੇਗਾ। ਜੇ ਤੁਹਾਡਾ 601 ਯੂਨਿਟ ਹੁੰਦਾ ਤਾਂ 601 ਦੇ ਪੈਸੇ ਦੇਣੇ ਪੈਣਗੇ। ਇਹ ਸਕੀਮ ਫਲੌਡ ਹੈ। ਪਹਿਲੀ ਤਾਂ ਗੱਲ ਇਹ ਹੈ, ਇਸ ਵਿੱਚ ਗਲਤੀ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮੈਂ ਸਮਝਦਾ ਪ੍ਰਪੋਰਸ਼ਨੇਟ ਰੇਟ ਦੇ ਹਿਸਾਬ ਨਾਲ ਹੀ ਯੂਨਿਟ ਪ੍ਰਾਈਸ ਜਿਹੜੀ ਆ ਉਹ ਕਿਸੇ ਨੂੰ ਜਿਹੜਾ ਫਾਇਦਾ ਹੋਣਾ ਚਾਹੀਦਾ। ਇਸ ਯੂਨਿਟ ਤੱਕ ਇੰਨੀ ਪ੍ਰਾਈਸ, ਇਸ ਤੱਕ ਇੰਨੀ, ਇਸ ਤੱਕ ਇੰਨੀ। ਖੈਰ ਪਿਛਲੀਆਂ ਸਕੀਮਾਂ ਨੂੰ ਵੀ ਜਾਰੀ ਰੱਖਣ ਦੀ ਗੱਲ ਕੀਤੀ ਗਈ ਹੈ ਅਤੇ ਸ਼ੁਰੂ ਸਰਕਾਰ ਨੇ ਕਹਿ ਦਿੱਤਾ ਅਤੇ ਭਗਵੰਤ ਮਾਨ ਨੇ ਕਲੀਅਰ ਕਰਤਾ ਕਿ ਪੈਸਾ ਕਿੱਥੋਂ ਆਉਣਾ, ਇਹਦੀ ਫਿਕਰ ਨਾ ਕਰੋ, ਪੈਸਾ ਹੈਗਾ ਸਾਡੇ ਕੋਲ। ਖੈਰ ਉਹ ਦੇਣਗੇ। ਹੁਣ PSPCL 'ਤੇ ਕਿੰਨਾ ਕੁ ਦਬਾਅ ਪੈਂਦਾ ਹੈ ਅਤੇ ਉਹਨਾਂ ਦੇ ਬੋਝੇ 'ਚ ਕਿੰਨੀ ਕਮਾਇਆ ਪੈਂਦੀ ਹੈ ਸਰਕਾਰ ਵੱਲੋਂ, ਇਹ ਸਮਾਂ ਦੱਸੇਗਾ। ਪਿਛਲੇ ਬਕਾਏ ਅਜੇ ਬਹੁਤ ਬਾਕੀ ਨੇ ਜੋ ਸਰਕਾਰਾਂ ਨੇ ਨਹੀਂ ਦਿੱਤੇ, ਜੋ ਇਸੇ ਤਰ੍ਹਾਂ ਯੂਨਿਟ ਮਾਫ ਕੀਤੇ ਹੋਏ ਨੇ ਅਤੇ ਖੇਤੀ ਸਬਸਿਡੀ ਦੇ ਨੇ। ਹੁਣ ਇਹ 300 ਯੂਨਿਟ ਮਾਫ, ਇਹਦੇ ਬਾਰੇ ਟੈਕਨੀਕੈਲਿਟੀਜ਼, ਹੌਲੀ ਹੌਲੀ ਸਮੱਸਿਆਵਾਂ ਵੀ ਪੈਣੀਆਂ ਨੇ, ਬਹੁਤ ਦੌੜ ਭੱਜ ਲੱਗੇਗੀ ਔਰ ਕਈ ਕਿਸਮ ਦਾ ਊਚ ਨੀਚ ਜਿਹੜਾ ਕਰਨਾ ਪਏਗਾ। ਸਮਾਰਟ ਮੀਟਰਾਂ ਦੇ ਬਾਰੇ ਜਿਹੜਾ ਹੈ ਉਹ ਸਰਕਾਰ ਨੂੰ ਬੈਕਫੁੱਟ 'ਤੇ ਹੋਣਾ ਪਿਆ। ਕੇਂਦਰ ਸਰਕਾਰ ਨੇ ਕਿਹਾ ਸੀ ਕਿ ਜੇ ਤੁਸੀਂ ਇਸ ਤਰ੍ਹਾਂ ਦੀਆਂ ਸਕੀਮਾਂ ਵਗੈਰਾ ਦੇਣੀਆਂ ਨੇ ਤਾਂ ਸਮਾਰਟ ਮੀਟਰ ਲਾ ਲਓ, ਚੋਰੀ ਵਗੈਰਾ ਹੋਣ ਦਾ ਖਦਸ਼ਾ ਬਹੁਤ ਹੈ। ਪਰ ਗੱਲ ਇਹ ਹੈ, ਸਰਕਾਰ ਨੇ ਐਲਾਨ ਹਾਲ ਦੀ ਘੜੀ ਕਰ ਦਿੱਤਾ ਹੈ। ਸਾਹ ਸੌਖਾ ਇਸ ਤਰ੍ਹਾਂ ਹੋ ਗਿਆ ਸਰਕਾਰ ਨੂੰ। ਮੈਂ ਸਮਝਦਾ ਕਿ ਆ ਜਿਹੜਾ ਮੌਨਸੂਨ ਆ ਗਈ ਹੈ ਨਾ ਜੀ ਪੰਜਾਬ ਅਤੇ ਹਰਿਆਣੇ ਦੇ ਵਿੱਚ, ਇਸ ਦੇ ਨਾਲ ਹੀ ਹਜ਼ਾਰਾਂ ਮੈਗਾਵਾਟ ਬਿਜਲੀ ਜਿਹੜੀ ਹੈ ਰੋਜ਼ ਦੀ ਮੰਗ ਘਟ ਗਈ ਹੈ। ਔਰ ਭਾਵੇਂ ਕਿ ਝੋਨੇ ਦੇ ਸੀਜ਼ਨ 'ਤੇ ਜ਼ਿਆਦਾ ਬਿਜਲੀ ਮੋਟਰਾਂ ਨੂੰ ਦੇਣੀ ਪੈਂਦੀ ਹੈ, ਪਰ ਫਿਰ ਵੀ ਬਹੁਤ ਜ਼ਿਆਦਾ ਰਾਹਤ ਜਿਹੜੀ ਹੈ ਉਹ ਮਿਲੀ ਹੈ ਸਰਕਾਰ ਨੂੰ। ਇਹ ਮੌਨਸੂਨ ਸ਼ੁਰੂ, ਜੇ ਬਰਸਾਤ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਰਕਾਰ ਦਾ ਸਾਹ ਸੌਖਾ ਰਹੇਗਾ। ਫਿਰ ਸਿਆਲ ਲੰਘ ਜਾਣਾ, ਫਿਰ ਅਗਲੀਆਂ ਗਰਮੀਆਂ ਫਿਰ ਅੱਗੇ ਦੇਖੀ ਜਾਏਗੀ। ਹਾਲ ਦੀ ਘੜੀ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ। ਹੁਣ ਦੇਖਾਂਗੇ ਕਿ ਸਕੀਮ ਕਾਮਯਾਬ ਕਿੰਨੀ ਹੁੰਦੀ ਹੈ। ਜੀ, ਵਿਧਾਨ ਸਭਾ 'ਚ ਨਾ ਇੱਕ ਬੜਾ ਦਿਲਚਸਪ ਪਹਿਲੂ ਦੇਖਣ ਨੂੰ ਮਿਲਿਆ। ਵਿਰੋਧੀ ਬੜਾ ਠੋਕ ਕੇ ਕਹਿੰਦੇ ਸੀ ਵੀ ਤੁਸੀਂ ਆਪਣਿਆਂ ਨੂੰ ਤਾਂ ਵੱਡਾ ਕਰਕੇ ਦਿਖਾਉਂਦੇ ਆ ਅਤੇ ਸਾਡੇ 'ਤੇ ਫੋਕਸ ਹੀ ਨਹੀਂ ਹੁੰਦਾ, ਸਾਨੂੰ ਤਾਂ ਆਵਾਜ਼ਾਂ ਸੁਣ ਕੇ ਪਤਾ ਲੱਗਦਾ ਵੀ ਕੌਣ ਬੋਲ ਰਿਹਾ। ਮੰਗ ਜਾਇਜ਼ ਸੀ ਉਹਨਾਂ ਦੀ? ਵੈਸੇ ਉਹ ਕਹਿੰਦੇ ਸੀ ਵੀ ਇਹਦੀ ਉਹਨਾਂ ਨੇ ਇੱਕ ਲੈਟਰ ਲਿਖ ਕੇ ਦਿੱਤੀ ਸਪੀਕਰ ਸਾਹਿਬ ਨੂੰ। ਜੇ ਤਾਂ ਇੱਕ ਓਪਰੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਫਿਰ ਮੰਗ ਜਾਇਜ਼ ਲੱਗਦੀ ਹੈ। ਜੇ ਇਸ ਦਾ ਥੋੜ੍ਹਾ ਬਹੁਤਾ ਵਿਸ਼ਲੇਸ਼ਣ ਕਰੀਏ ਤਾਂ ਫਿਰ ਕਈ ਪਰਤਾਂ ਖੁੱਲ੍ਹ ਜਾਂਦੀਆਂ ਨੇ। ਉਹ ਇਹ ਹੈ
ਕਿ ਜਦੋਂ ਇਹ ਜਿਹੜੇ ਸਦਨ ਨੇ, ਚਾਹੇ ਲੋਕ ਸਭਾ, ਰਾਜ ਸਭਾ, ਵਿਧਾਨ ਸਭਾ, ਇਹਨਾਂ ਦੇ ਜੋ ਇੱਕ ਪ੍ਰਕਿਰਿਆ ਹੈ, ਜ਼ਿਆਦਾ ਬਰੀਕੀ ਨਾਲ ਤੇ ਸਪੀਕਰ ਸਾਹਿਬ ਜਾਣਦੇ ਹੋਣਗੇ, ਇੱਕ ਨਿਯਮ ਹੁੰਦਾ ਹੈ ਕਿ ਜਦੋਂ ਇੱਕ ਵਿਅਕਤੀ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਤੇ ਉਸਨੇ ਕੋਈ ਸਵਾਲ ਪੁੱਛਣਾ, ਕੁਐਸਚਨ ਆਵਰ ਹੈ ਜਾਂ ਕੁਛ ਵੀ ਹੈ, ਤਾਂ ਫਿਰ ਦੂਸਰਾ ਉਹਦੀ ਟੋਕਾ ਟਾਕੀ ਇਸ ਤਰ੍ਹਾਂ ਨਹੀਂ ਕਰ ਸਕਦਾ, ਉੱਥੇ ਸਾਹਮਣੇ ਖੜਾ ਹੋ ਕੇ ਉਹਨੂੰ ਉਸੇ ਵੇਲੇ ਉਸਦਾ ਕੋਈ ਜਵਾਬ ਨਹੀਂ ਦੇ ਸਕਦਾ ਜਾਂ ਪੁੱਛ ਸਕਦਾ। ਇੱਕ ਨਿਯਮ ਹੈ। ਹੁਣ ਇਹ ਵੀ ਮੈਂ ਦੇਖਿਆ ਲੋਕ ਸਭਾ ਦੇ ਵਿੱਚ ਵੀ, ਪਿਛਲੀਆਂ ਕਾਰਵਾਈਆਂ ਦੇ ਵਿੱਚ ਵੀ, ਜਦੋਂ ਇੱਕ ਵਿਅਕਤੀ ਕੋਲ ਸਮਾਂ ਹੈ ਤੇ ਮਾਈਕ੍ਰੋਫੋਨ ਜਿਹੜਾ ਉਸੇ ਦਾ ਔਨ ਹੋਵੇਗਾ, ਦੂਸਰਿਆਂ ਦੇ ਮਾਈਕ੍ਰੋਫੋਨ ਜਿਹੜੇ ਨੇ ਮਿਊਟ ਤੇ ਹੋਣਗੇ। ਰੌਲਾ ਰੱਪਾ ਘੁੰਮਾ ਕੇ ਕਿਸੇ ਹੋਰ ਮਾਈਕ ਦੇ ਥਰੂ ਆ ਜਾਵੇ ਤਾਂ ਇੱਕ ਵੱਖਰੀ ਗੱਲ ਹੈ, ਇਹ ਪਹਿਲਾਂ ਵੀ ਹੁੰਦਾ। ਹੁਣ ਇਹ ਨਿਯਮ ਹੈ, ਪਰ ਇੱਥੇ ਬਹੁਤ ਸਾਰੇ ਵਿਧਾਇਕ ਨਵੇਂ ਨੇ, ਹੋ ਸਕਦਾ ਨਿਯਮਾਂ ਤੋਂ ਅਜੇ ਥੋੜ੍ਹਾ ਜਿਹਾ ਜਾਣੂ ਨਾ ਹੋਣ, ਪਤਾ ਲੱਗ ਜਾਵੇਗਾ 2-4 ਸੈਸ਼ਨ ਹੋਣਗੇ ਤਾਂ। ਪਰ ਗੱਲ ਇਹ ਹੈ ਕਿ ਜਿਹੜੀ ਪਾਰਟੀ ਨੇ ਇਲਜ਼ਾਮ ਲਾਇਆ, ਖਾਸ ਤੌਰ 'ਤੇ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਵੱਲੋਂ ਇਹ ਗੱਲ ਕੀਤੀ ਹੈ, ਕਾਂਗਰਸ ਦਾ ਪੁਰਾਣਾ ਟਰੈਕ ਰਿਕਾਰਡ ਕੀ ਕਹਿੰਦਾ ਇਸ ਬਾਰੇ? ਜੋ ਅਸੀਂ, ਸਾਡਾ ਇੱਕ ਰਾਸ਼ਟਰੀ ਜਿਹੜਾ ਇੱਕ ਸਰਕਾਰੀ ਚੈਨਲ ਹੈ, ਅਜੇ ਵੀ ਚੱਲਦਾ ਹੈ, ਉਸ 'ਤੇ ਕਿਹੋ ਜਿਹਾ ਕੰਮ ਹੁੰਦਾ ਸੀ ਜਦੋਂ ਵੋਟਾਂ ਹੁੰਦੀਆਂ ਸੀ, ਜਦੋਂ ਵੋਟਾਂ ਲਾਗੇ ਆ ਜਾਂਦੀਆਂ ਸੀ, ਵੋਟਾਂ ਵਾਲੇ ਦਿਨ, ਉਸ ਤੋਂ ਕੋਈ 2-4 ਦਿਨ ਪਹਿਲਾਂ ਸਾਰਾ ਦਿਨ TV 'ਤੇ ਲਗਾਤਾਰ ਫਿਲਮਾਂ, ਕੰਟੀਨਿਊਸ ਫਿਲਮਾਂ, ਬਾਕੀ ਸਾਰੇ ਪ੍ਰੋਗਰਾਮ ਕੈਂਸਲ ਕਰਕੇ ਉਹ ਵਿਖਾਈਆਂ ਜਾਂਦੀਆਂ ਸੀ। ਬਿਜਲੀ ਜਾਂਦੀ ਹੀ ਨਹੀਂ ਸੀ, ਕੱਟ ਲੱਗਦਾ ਹੀ ਨਹੀਂ ਸੀ, ਲਗਾਤਾਰ ਬਿਜਲੀ ਜਿਹੜੀ ਸੀ ਉਹ ਦਿੱਤੀ ਜਾਂਦੀ ਸੀ ਕਈ ਦਿਨ ਵੋਟਾਂ ਤੋਂ ਪਹਿਲਾਂ, ਤਾਂ ਕਿ ਲੋਕ ਖੁਸ਼ ਹੋ ਜਾਣ। ਇਹ ਰਿਵਾਜ ਕਦੋਂ ਤੋਂ ਪਿਆ? ਫਿਰ ਜਿਹੜੇ ਉਹ ਅਦਾਰਾ ਜਿਹਦੀ ਮੈਂ ਗੱਲ ਕਰ ਰਿਹਾ, ਕੇਂਦਰ ਦਾ ਅਦਾਰਾ ਹੈ, ਪ੍ਰਸਾਰ ਭਾਰਤੀ ਦੇ ਅੰਡਰ ਹੈ, ਅੱਜ ਵੀ ਜੇ ਕੇਂਦਰ ਵਿੱਚ ਸਰਕਾਰ ਹੋਰ ਹੈ ਤੇ ਸਟੇਟ ਵਿੱਚ ਸਰਕਾਰ ਹੋਰ ਪਾਰਟੀ ਦੀ ਹੈ, ਤੇ ਗੱਲਬਾਤ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਹੋਵੇਗੀ। ਨਹੀਂ ਤਾਂ ਤੁਸੀਂ ਅੱਜ ਔਨ ਕਰਕੇ ਦੇਖ ਲਿਓ ਉਸਨੂੰ। ਸਟੇਟ ਦੀ, ਰਾਜ ਦੀ ਸਰਕਾਰ ਦਾ ਬਹੁਤ ਘੱਟ ਨਾਮ ਲਿਆ ਜਾਵੇਗਾ, ਜ਼ਿਆਦਾ ਕਰਕੇ ਉਹਨਾਂ ਦੀ ਖਿਚਾਈ ਕੀਤੀ ਜਾਵੇਗੀ। ਇਹ ਰਿਵਾਜ ਜੇ ਅੱਜ ਪ੍ਰਾਈਵੇਟ ਚੈਨਲਾਂ 'ਤੇ, ਸਾਡੇ ਵਰਗੇ ਚੈਨਲਾਂ 'ਤੇ ਕਈ ਵਾਰੀ ਦਰਸ਼ਕ ਇਤਰਾਜ਼ ਕਰਦੇ ਨੇ ਨਾ ਕਿ ਤੁਸੀਂ ਇਹਦੀ ਸਪੋਰਟ ਕਰ ਰਹੇ ਹੋ, ਇਹਦੀ ਵਿਰੋਧਤਾ ਕਰ ਰਹੇ ਹੋ, ਤੇ ਰਿਵਾਜ ਪਿਆ ਕਿੱਥੋਂ ਹੈ? ਖੈਰ, ਰੈਸ਼ਨਲ ਹੋ ਕੇ ਗੱਲ ਕਰਨ ਵਾਲੇ ਬਹੁਤ ਥੋੜ੍ਹੇ ਅਦਾਰੇ ਨੇ, ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ। ਤੇ ਇਹ ਜੇ ਇਹੋ ਹੀ ਹਾਲ ਹੈ ਤੇ ਗੋਦੀ ਮੀਡੀਆ ਲਫ਼ਜ਼ ਜਿਹੜਾ ਉੱਭਰ ਕੇ ਸਾਹਮਣੇ ਆਇਆ ਹੈ, ਉਸ ਦਾ ਕੋਈ ਮਤਲਬ ਤਾਂ ਹੈ ਨਾ, ਕਿੱਥੋਂ ਆਇਆ? ਅੱਜ ਵੀ ਤੁਸੀਂ ਉਹਨਾਂ ਦਾ ਵਿਹਾਰ ਦੇਖੋ ਤੇ ਉਹ ਕਿਸ ਤਰ੍ਹਾਂ ਬਿਹੇਵ ਕਰ ਰਹੇ ਨੇ, ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਤੇ ਉਹਨਾਂ ਦਾ ਵਿਹਾਰ ਕਿਹੋ ਜਿਹਾ। ਹੁਣ ਜੇ ਇਸੇ ਵਿਧਾਨ ਸਭਾ ਦੇ ਸਦਨ ਦੀ ਗੱਲ ਕਰੀਏ ਤੇ ਜਾਪਿਆ ਇਸੇ ਤਰ੍ਹਾਂ ਹੀ ਹੈ ਕਿ ਵਿਧਾਨ ਸਭਾ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦਾ ਕੋਈ ਬੋਲਦਾ ਤਾਂ ਉਸ 'ਤੇ ਫੁੱਲ ਕੈਮਰਾ ਫੋਕਸ ਹੁੰਦਾ, ਜਦੋਂ ਵਿਰੋਧੀ ਧਿਰ ਦੇ ਬੋਲਦੇ ਨੇ, ਜੇ ਤਾਂ ਉਹਨਾਂ ਦਾ ਸਮਾਂ ਆਪਣਾ ਹੋਵੇ ਤੇ ਕੈਮਰਾ ਹੁੰਦਾ ਹੈ, ਨਹੀਂ ਤੇ ਉਹਨਾਂ 'ਤੇ ਸਹਿਜੇ ਕਿਤੇ ਕੈਮਰਾ ਆਉਣ ਨਹੀਂ ਦਿੱਤਾ ਜਾਂਦਾ। ਖੈਰ, ਇਹ ਇਨ ਲਾਈਨ ਵਿਦ ਲੋਕ ਸਭਾ ਐਂਡ ਰਾਜ ਸਭਾ ਹੀ ਹੈ, ਇਹ ਕੋਈ ਅਲੋਕਾਰੀ ਗੱਲ ਨਹੀਂ ਸੀ। ਜੇ ਅੱਜ ਕੋਈ ਇਲਜ਼ਾਮ ਲਾ ਰਿਹਾ ਹੈ ਤੇ ਉਹ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰ ਲੈਣ ਕਿ ਉਹਨਾਂ ਦੀਆਂ ਪਾਰਟੀਆਂ ਕੀ ਕਰਦੇ ਰਹੀਆਂ ਜਦੋਂ ਸੱਤਾ ਦੇ ਵਿੱਚ ਸਨ। ਇਸੇ ਤਰ੍ਹਾਂ ਜਿਹੜੇ ਇਜਾਰੇਦਾਰੀ ਕਾਇਮ ਕਰ ਲੈਣੀ ਕਿਸੇ ਸੰਸਥਾ ਦੇ ਉੱਪਰ, ਜਾਂ ਆਪਣੇ ਸੰਸਥਾਨ ਕਾਇਮ ਕਰ ਲੈਣੇ, ਖਾਸ ਤੌਰ 'ਤੇ ਜਦੋਂ ਮੀਡੀਆ ਵਾਲੀ ਗੱਲ ਆਉਂਦੀ ਹੈ, ਤੇ ਫਿਰ ਇੱਥੇ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਦੀਆਂ ਅਲਾਇੰਸਿਸ ਨੇ ਤੇ ਕਿਹੜੇ ਚੈਨਲ 'ਤੇ ਕਿਹੋ ਜਿਹੀ ਗੱਲਬਾਤ ਹੋਣੀ ਹੈ, ਸਭ ਨੂੰ ਪਤਾ ਹੈ। ਮੈਂ ਸਮਝਦਾ ਕਿ ਇਲਜ਼ਾਮ ਉਹਨਾਂ ਦਾ ਆਪਣੇ ਤੌਰ 'ਤੇ ਅੱਜ ਦੇ ਇਕੱਲੇ ਸੰਦਰਭ ਦੇ ਵਿੱਚ ਦੇਖਿਆ ਜਾਵੇ ਤੇ ਸਹੀ ਹੋ ਸਕਦਾ ਹੈ, ਪਰ ਜੇ ਓਵਰਆਲ ਸਥਿਤੀ ਨੂੰ ਦੇਖਿਆ ਜਾਵੇ ਤੇ ਸਾਰਿਆਂ ਦਾ ਇਹੋ ਹਾਲ ਰਿਹਾ ਜੀ। ਹੁਣ ਅਗਲੀ ਗੱਲ ਕਰਦੇ ਹਾਂ ਨੂਪੁਰ ਸ਼ਰਮਾ ਦੀ। ਕੁਝ ਦਿਨ ਪਹਿਲਾਂ ਉਹ ਭਾਜਪਾ ਦੀ ਲੀਡਰ ਹੁੰਦੀ ਸੀ, ਫਿਰ ਕਿਸੇ ਧਾਰਮਿਕ ਹਸਤੀ ਦੇ ਖਿਲਾਫ ਟਿੱਪਣੀ ਕਰਤੀ, ਭਾਜਪਾ ਨੇ ਉਹਨੂੰ ਕਰਤਾ ਸਸਪੈਂਡ। ਉਸ ਤੋਂ ਬਾਅਦ ਸੁਪਰੀਮ ਕੋਰਟ ਅੱਜ ਉਹਨੂੰ ਚੰਗੀ ਝਾੜ ਪਾਉਂਦੀ ਹੈ। ਸੁਪਰੀਮ ਕੋਰਟ ਕਹਿੰਦੀ ਹੈ ਵੀ ਤੇਰੀ ਜ਼ੁਬਾਨ ਨੇ ਪੂਰੇ ਮੁਲਕ 'ਚ ਅੱਗ ਲਗਾਤੀ। ਇੰਨਾ ਤਿੱਖਾ ਕਿਉਂ ਬੋਲਣਾ ਪਿਆ ਸੁਪਰੀਮ ਕੋਰਟ ਨੂੰ? ਅਸਲ ਵਿੱਚ ਸੁਪਰੀਮ ਕੋਰਟ ਦੇ ਵਿੱਚ ਗੱਲ ਪਹੁੰਚੀ ਹੈ, ਬੀਬੀ ਨੂਪੁਰ ਸ਼ਰਮਾ ਖੁਦ ਹੀ ਉਹ ਇੱਕ ਪਟੀਸ਼ਨ ਲੈ ਕੇ ਗਈ, ਆਪਣੀ ਅਰਜ਼ੀ ਲੈ ਕੇ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਮੇਰੇ ਉੱਪਰ 295 ਤੇ 1-2 ਹੋਰ ਜਿਹੜੀਆਂ FIRs ਦਰਜ ਹੋਈਆਂ ਨੇ, ਉਹ ਧਾਰਾਵਾਂ ਲੱਗੀਆਂ ਹੋਈਆਂ ਨੇ, ਵੱਖ-ਵੱਖ ਥਾਣਿਆਂ ਵਿੱਚ ਨੇ, ਤੇ ਮੈਨੂੰ ਹਰ ਜਗ੍ਹਾ ਕੇਸ ਭੁਗਤਣਾ ਪੈਣਾ, ਮੇਰੀ ਜਾਨ ਨੂੰ ਖਤਰਾ ਹੈ ਤੇ ਮੈਨੂੰ ਕਿਤੇ ਕੁਝ ਵੀ ਹੋ ਸਕਦਾ ਹੈ, ਤੇ ਮੈਨੂੰ ਸਿਰਫ ਦਿੱਲੀ ਦੇ ਵਿੱਚ ਇਹ ਕੇਸ ਸ਼ਿਫਟ ਕਰਕੇ ਲੜਨ ਦੀ ਇਜਾਜ਼ਤ, ਆਪਣਾ ਪੱਖ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ। ਹੁਣ ਇਹ ਗੱਲ ਅਸੀਂ ਪਹਿਲਾਂ ਵੀ ਕਰ ਚੁੱਕੇ ਕਿ ਜਿੰਨੀ ਦੇਰ ਤੱਕ ਕੋਰਟ ਕਿਸੇ ਨੂੰ ਦੋਸ਼ੀ ਨਹੀਂ ਗਰਦਾਨਦੀ, ਉਹ ਨਿਰਦੋਸ਼ ਹੈ। ਨੂਪੁਰ ਸ਼ਰਮਾ ਨੂੰ ਇੰਨਾ ਕਹਿ ਦਿੱਤਾ ਸੁਪਰੀਮ ਕੋਰਟ ਨੇ, ਮੈਂ ਇਸ ਗੱਲ ਤੋਂ ਬੜਾ ਹੈਰਾਨ ਹਾਂ ਕਿ ਸੁਪਰੀਮ ਕੋਰਟ ਨੇ ਉਸ ਚੀਜ਼ ਨੂੰ ਤਾਂ ਦੇਖਿਆ ਹੋਵੇਗਾ FIR ਦੀ ਕਾਪੀ ਨੂੰ, ਕਿ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਦੇ ਬਾਰੇ ਭੱਦੀਆਂ ਟਿੱਪਣੀਆਂ ਜਿਹੜੀਆਂ ਕੀਤੀਆਂ ਨੇ, ਉਹਨਾਂ ਦਾ ਅਸਰ ਤੇ ਦੂਰ ਦੂਰ ਤੱਕ ਹੋਇਆ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ। ਮਿਡਲ ਈਸਟ ਦੇ ਸਾਰੇ ਕੰਟਰੀ, ਹੋਰ ਦੂਰ ਦੂਰ ਤੱਕ ਭਾਰਤ ਦੀ
ਡਿਪਲੋਮੈਟਿਕ ਲੈਵਲ ਤੇ ਖਿਚਾਈ ਹੋਈ ਹੈ। ਪਰ ਗੱਲ ਤਾਂ ਇਹ ਹੈ ਕਿ ਆਲਟ ਨਿਊਜ਼ ਵਾਲੇ ਜ਼ੁਬੈਰ ਲਈ ਕਾਨੂੰਨ ਹੋਰ ਹੈ ਤੇ ਜਦੋਂ ਨੂਪੁਰ ਸ਼ਰਮਾ ਦੀ ਗੱਲ ਆਉਂਦੀ ਹੈ ਤੇ ਹੋਰ ਹੈ। ਉਹ ਜ਼ੁਬੈਰ ਜਿਹੜਾ ਹੈ ਅੰਦਰ ਬੈਠਾ ਉਸੇ ਕੇਸ ਦੇ ਵਿੱਚ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇੰਟਰੋਗੇਸ਼ਨ ਚੱਲ ਰਹੀ ਹੈ ਤੇ ਨੂਪੁਰ ਨੂੰ ਸਿਰਫ ਜਿਹੜਾ ਹੈ ਉਸ ਤੇ ਇੱਕ ਨਾਰਮਲ FIR ਦਰਜ ਹੈ ਤੇ ਪਾਰਟੀ ਵਿੱਚ ਉਸ ਨੂੰ ਮੁਅੱਤਲ ਕੀਤਾ ਗਿਆ। ਹੁਣ ਦੇਸ਼ ਦੇ ਵਿੱਚ ਇਸ ਦੇ ਨਾਲ ਰੌਲਾ ਪਿਆ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ। ਮੁਸਲਮਾਨ ਭਾਈਚਾਰਾ ਭੜਕਿਆ, ਭਾਵਨਾਵਾਂ ਭੜਕਾ ਦਿੱਤੀਆਂ ਜਾਂਦੀਆਂ ਨੇ, ਸੋਸ਼ਲ ਮੀਡੀਆ ਦਾ ਇਸ ਵਿੱਚ ਦਖਲਅੰਦਾਜ਼ੀ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ, ਪਰ ਉਸ ਦਾ ਬੇਸਿਸ ਜਿਹੜਾ ਮੁੱਖ ਧੁਰਾ ਤੇ ਨੂਪੁਰ ਸ਼ਰਮਾ ਹੀ ਹੈ ਨਾ, ਉਸਨੇ ਗੱਲ ਕੀਤੀ ਹੈ ਨਾ ਜੀ। ਪਾਰਟੀ ਨੇ ਵੀ ਆਇਡੈਂਟੀਫਾਈ ਕਰ ਲਿਆ ਕਿ ਉਸਨੇ ਗੱਲ ਕੀਤੀ ਹੈ ਤਾਂ ਉਸਨੂੰ ਬਾਹਰ ਕੱਢ ਦਿੱਤਾ, ਕੇਸ ਦਰਜ ਹੋ ਗਿਆ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉੱਥੇ ਜਾ ਕੇ ਸਫਾਈਆਂ ਦੇਣੀਆਂ ਪਈਆਂ, ਉਹ ਵੀ ਗੱਲ ਹੋ ਗਈ ਹੈ ਕਿਉਂਕਿ ਉਹ ਚਲਦੀ ਡਿਬੇਟ ਦੇ ਦੌਰਾਨ ਗੱਲ ਕਹੀ ਸੀ ਤੇ ਔਨ ਰੈਕਰਡ ਹੈ। ਇਹ ਵੀ ਨਹੀਂ ਕਹਿ ਸਕਦੇ ਮੇਰੇ ਕਹਿਣ ਦਾ ਮਤਲਬ ਹੋਰ ਸੀ। ਸੁਪਰੀਮ ਕੋਰਟ ਨੇ ਅੱਜ ਇੰਨਾ ਤਾਂ ਕਹਿ ਦਿੱਤਾ ਕਿ ਤੁਹਾਡੇ ਬਿਆਨ ਦੇ ਨਾਲ ਸਾਰੇ ਦੇਸ਼ ਦੇ ਵਿੱਚ ਅੱਗ ਲੱਗ ਗਈ, ਹਿੰਸਾ ਫੈਲ ਗਈ, ਤੁਹਾਨੂੰ ਮੁਆਫੀ ਮੰਗਣੀ ਚਾਹੀਦੀ ਹੈ। ਮੈਂ ਵੈਸੇ ਥੋੜ੍ਹੀ ਜਿਹੀ, ਚਲੋ ਮਾਨਯੋਗ ਅਦਾਲਤ ਦਾ ਇਹ ਫੈਸਲਾ ਹੈ, ਉਹਨਾਂ ਨੂੰ ਝਾੜ ਪਾਈ ਹੈ, ਪਰ ਗੱਲ ਇਹ ਹੈ ਕਿ ਕੀ ਅਦਾਲਤ ਨੇ ਮੰਨ ਲਿਆ ਹੈ ਕਿ ਨੂਪੁਰ ਸ਼ਰਮਾ ਨੇ ਇਹ ਗੱਲ ਕੀਤੀ ਹੈ ਤੇ ਉਹ ਦੋਸ਼ੀ ਹੈ ਇਸ ਮਾਮਲੇ ਦੇ ਵਿੱਚ? ਤੇ ਜੇ ਵਾਕਿਆ ਦੋਸ਼ੀ ਹੈ, ਜਿਹੜੀ ਧਾਰਾ ਦੇ ਤਹਿਤ ਉਸ ਦੇ ਉੱਪਰ ਜਿਹੜਾ ਕੇਸ ਦਰਜ ਹੋਇਆ, ਕੀ ਫਿਰ ਉਹ ਸਾਰੇ ਸਬੂਤ ਜਿਹੜੇ ਪੜ੍ਹ ਕੇ ਸੁਪਰੀਮ ਕੋਰਟ ਨੇ ਜੋ ਟਿੱਪਣੀ ਅੱਜ ਕੀਤੀ ਹੈ, ਫਿਰ ਨੂਪੁਰ ਸ਼ਰਮਾ ਦਾ ਬਚਾਅ ਹੋਵੇਗਾ? ਕੋਈ ਕਿੰਨੀ ਜਲਦੀ ਉਸ ਨੂੰ ਸਜ਼ਾ ਜਿਹੜੀ ਹੈ ਸੁਣਾਈ ਜਾ ਸਕਦੀ ਹੈ? ਨਾਲ ਇਹ ਵੀ ਕਿਹਾ ਕਿ ਜਿਹੜੀ ਮਾਫੀ ਤੁਸੀਂ ਮੰਗੀ ਹੈ ਬਹੁਤ ਜ਼ਿਆਦਾ ਲੇਟ ਹੈ, ਇਹ ਤੁਹਾਨੂੰ ਪਹਿਲਾਂ ਗੱਲ ਕਰਨੀ ਚਾਹੀਦੀ ਸੀ, ਤੁਹਾਡੇ ਨਾਲ ਸਾਡਾ ਨੁਕਸਾਨ ਬਹੁਤ ਹੋਇਆ। ਹੁਣ ਸਰਕਾਰ ਵੀ ਇਸ ਮਾਮਲੇ ਤੇ ਘਿਰਦੀ ਹੈ ਤੇ ਹੇਠਲੀਆਂ ਅਦਾਲਤਾਂ ਇਸ ਮਾਮਲੇ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਵੱਖਰੇ ਤਰੀਕੇ ਨਾਲ ਸੋਚਣਾ ਪਏਗਾ ਕਿ ਅਸੀਂ ਕੀ ਗੱਲਾਂ ਕੀਤੀਆਂ ਸੀ, ਕਿਸ ਤਰ੍ਹਾਂ ਦਾ ਕੇਸ ਜਿਹੜਾ ਤਿਆਰ ਕੀਤਾ ਹੋਇਆ ਤੇ ਸੁਪਰੀਮ ਕੋਰਟ ਨੇ ਹੁਣ ਕੀ ਆਖ ਦਿੱਤਾ ਹੈ। ਪਰ ਨੂਪੁਰ ਸ਼ਰਮਾ ਨੂੰ ਝਟਕਾ ਲੱਗਾ ਹੈ, ਨਾਲ ਹੀ ਉਹਦੇ ਸਮਰਥਕਾਂ ਨੂੰ। ਮੈਂ ਸਮਝਦਾ ਕਿ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਜਿਹੜੀ ਹੈ ਇਹੋ ਜਿਹੇ ਵਿਅਕਤੀ ਨੂੰ ਹੋਣੀ ਚਾਹੀਦੀ ਹੈ ਜੋ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਕਪੈਸਿਟੀ ਰੱਖਦਾ ਹੋਵੇ ਕਿ ਉਸ ਦੇ ਨਾਲ ਕਿਸੇ ਦੇ ਧਾਰਮਿਕ ਦੰਗੇ ਭੜਕ ਸਕਦੇ ਨੇ ਤੇ ਜਾਨਾਂ ਲੋਕਾਂ ਦੀਆਂ ਜਾ ਸਕਦੀਆਂ ਨੇ। ਸੋ ਉਹਨਾਂ ਨੂੰ ਸਜ਼ਾ ਜਿਹੜੀ ਹੈ ਮਿਲਣੀ ਚਾਹੀਦੀ ਹੈ ਜੀ। ਮੁੱਦੇ ਸਾਡੇ ਕੋਲ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਅਸੀਂ ਆਪਣੇ ਮਾਹਿਰ ਦੇ ਵਿਚਾਰ ਲੈਣੇ ਨੇ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। 18 ਜੁਲਾਈ ਨੂੰ ਭਾਰਤ ਦੇ 15ਵੇਂ ਰਾਸ਼ਟਰਪਤੀ ਲਈ ਚੋਣ ਹੋਣੀ ਹੈ। 21 ਜੁਲਾਈ ਨੂੰ ਨਤੀਜੇ ਆ ਜਾਣੇ ਆ। NDA ਦੀ ਗੱਲ ਕਰੀਏ ਤੇ ਉਹਨਾਂ ਨੇ ਝਾਰਖੰਡ ਦੇ ਸਾਬਕਾ ਰਾਜਪਾਲ ਦ੍ਰੋਪਦੀ ਮੁਰਮੂ ਨੂੰ ਆਪਣਾ ਉਮੀਦਵਾਰ ਐਲਾਨਿਆ। ਉਹਨਾਂ ਦੇ ਓਪੋਜ਼ਿਟ ਨੇ ਵਿਰੋਧੀ ਧਿਰ ਦੇ ਯਸ਼ਵੰਤ ਸਿਨਹਾ। ਕੁਲਦੀਪ ਜੀ, ਕੱਲ ਭਾਜਪਾ ਪ੍ਰਧਾਨ JP ਨੱਡਾ ਨੇ ਖਬਰਾਂ ਕਹਿੰਦੀਆਂ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਟੈਲੀਫੋਨ ਕੀਤਾ ਹੈ ਤੇ ਉਹਨਾਂ ਨੂੰ ਕਿਹਾ ਕਿ ਸਾਡੀ ਹਮਾਇਤ ਕਰੋ। ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਹਮਾਇਤ ਕਰੂਗੀ ਭਾਜਪਾ ਦੀ? ਮੈਨੂੰ ਨਾ, ਚਲੋ ਉਹ ਹਮਾਇਤ ਦੀ ਗੱਲ ਤਾਂ ਬਾਅਦ ਵਿੱਚ ਹੈ। ਮੈਨੂੰ ਕਈ ਵਾਰੀ ਨਾ ਭਾਜਪਾ ਦੇ ਸਾਡੇ ਸਥਾਨਕ ਆਗੂਆਂ 'ਤੇ ਹਾਸਾ ਜਿਹਾ ਆਉਣ ਲੱਗਦਾ ਹੈ ਜਦੋਂ ਬੜਾ ਹੁਬ ਕੇ ਬਿਆਨ ਦਿੰਦੇ ਨੇ ਕਿ ਦੇਖੋ ਸਾਡਾ ਅਕਾਲੀ ਦਲ ਨਾਲ ਦੁਬਾਰਾ ਕੋਈ ਉਹਨਾਂ ਨਾਲ ਰਿਸ਼ਤਾ ਨਹੀਂ, ਅਕਾਲੀ ਦਲ ਨਾਲ ਦੁਬਾਰਾ ਕਦੇ ਸਮਝੌਤਾ ਨਹੀਂ, ਅਸੀਂ ਇਕੱਲੇ ਲੜਨਾ। ਕਿੰਨੇ ਸਾਲ ਸਾਨੂੰ ਸੁਣਦਿਆਂ ਨੂੰ ਹੋ ਗਿਆ ਕਿ ਅਸੀਂ ਹੁਣ ਅਗਲੀ ਇਲੈਕਸ਼ਨ ਇਕੱਲਿਆਂ ਨੇ ਲੜਨੀ ਆ। ਖੈਰ, ਜੇ ਅੰਕੜਿਆਂ ਦੇ ਹਿਸਾਬ ਨਾਲ ਜਾਈਏ, ਜੋ ਗਿਰਾਵਟ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅੰਕੜਿਆਂ ਦੇ ਵਿੱਚ ਆਈ ਹੈ, ਭਾਜਪਾ ਤੇ ਉਹਦੇ ਨਾਲੋਂ ਕਿਤੇ ਬਿਹਤਰ ਮਹਿਸੂਸ ਕਰ ਰਹੀ ਹੈ। ਵਿਧਾਨ ਸਭਾ ਦੇ ਵਿੱਚ 3 ਸੀਟਾਂ ਅਕਾਲੀ ਦਲ ਦੀਆਂ ਨੇ ਤੇ 2 ਭਾਜਪਾ ਦੀਆਂ ਨੇ। ਫਰਕ ਕੀ ਹੈ? ਸੰਗਰੂਰ ਲੋਕ ਸਭਾ, ਜੀ ਬਿਲਕੁਲ ਸਹੀ, ਸੰਗਰੂਰ ਲੋਕ ਸਭਾ ਦੇ ਵਿੱਚ ਪਿੱਛੇ ਛੱਡ ਗਏ ਨੇ ਉਹ ਅਕਾਲੀਆਂ ਨੂੰ। ਖੈਰ, ਮੁੱਦੇ ਬਦਲ ਜਾਂਦੇ ਨੇ। ਇਹ ਜ਼ਿਮਨੀ ਚੋਣ ਸੀ, ਗਾਂ ਕੀ ਸਮੀਕਰਨ ਬਣਦੇ ਨੇ ਇਸ ਦਾ ਕੁਝ ਨਹੀਂ ਪਤਾ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਆਪਣਾ ਇੱਕ ਆਧਾਰ ਤੇ ਹੈ ਨਾ, ਉਸਦਾ ਜਿਹੜਾ ਇੱਕ ਵਰਕਰ ਕਾਡਰ ਹੈਗਾ ਆ, ਵੋਟਰ ਵੀ ਉਹਨਾਂ ਦਾ ਇੱਕ ਪੱਕਾ ਹੈਗਾ ਆ। ਕੀ ਪਤਾ ਕੱਲ੍ਹ ਨੂੰ ਕੋਈ ਹਾਲਾਤ ਬਦਲ ਜਾਣ। ਅਕਸਰ ਉਹ 16-17 ਸਾਲ ਰਾਜ ਕੀਤਾ ਉਸ ਪਾਰਟੀ ਨੇ। ਹੁਣ ਭਾਜਪਾ ਦੇ ਆਗੂ ਜਦੋਂ ਇਸ ਸਥਾਨ ਕੇ ਕਹਿੰਦੇ ਨੇ ਕਿ ਸਾਡਾ ਕੋਈ ਸਮਝੌਤਾ ਨਹੀਂ, ਤੇ ਕੇਂਦਰ ਤੋਂ ਫਿਰ ਹਵਾ ਹੋਰ ਤਰ੍ਹਾਂ ਦੀ ਆਉਂਦੀ ਹੈ। ਇੱਕ ਤੇ ਜਦੋਂ ਅਸੀਂ ਇਹ ਖਬਰ ਕਰ ਰਹੇ ਹਾਂ ਤੇ ਤੁਹਾਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਰਲੇਵਾਂ ਵੀ ਜਿਹੜਾ ਹੋ ਸਕਦਾ। ਖੈਰ, ਕੋਈ ਅੱਲੋਕਾਰੀ ਤਾਂ ਗੱਲ ਨਹੀਂ। ਇਹ ਤੇ ਜਿਹੜੀ ਸਾਂਝ ਇਹਨਾਂ ਦੀ ਰਹੀ ਹੈ ਬਾਦਲ ਪਰਿਵਾਰ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਵਿੱਚ, ਉਹ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ।
ਹੁਣ ਜੇ ਅਸੀਂ ਰਾਸ਼ਟਰਪਤੀ ਦੀ ਚੋਣ ਦੀ ਗੱਲ ਕਰੀਏ ਤਾਂ ਇਸ ਵਿੱਚ ਲੋਕ ਸਭਾ, ਰਾਜ ਸਭਾ ਤੇ ਨਾਲ ਸਾਡੇ ਅਸੈਂਬਲੀਆਂ ਦੇ ਜਿਹੜੇ ਮੈਂਬਰ ਨੇ ਉਹ ਵੋਟਾਂ ਪਾਉਂਦੇ ਨੇ, ਵੱਡੀ ਗਿਣਤੀ ਹੁੰਦੀ ਹੈ। ਭਾਜਪਾ ਨੂੰ ਵੈਸੇ ਕੋਈ ਲੋੜ ਤਾਂ ਨਹੀਂ ਹੈ, ਕੋਈ ਇਸ ਤਰ੍ਹਾਂ ਦੇ ਸਮੀਕਰਨ ਬਣਦੇ ਨਜ਼ਰ ਨਹੀਂ ਆ ਰਿਹਾ। ਬੜੀ ਆਸਾਨੀ ਨਾਲ ਉਹਨਾਂ ਦੇ ਉਮੀਦਵਾਰ ਦੇ ਜਿੱਤ ਜਾਣ ਦੀ ਆਸ ਹੈ, ਪਰ ਉਹਨਾਂ ਵੱਲੋਂ ਫੇਰ ਵੀ ਅਕਾਲੀ ਦਲ ਨੂੰ ਸੱਦਾ ਦੇਣਾ ਇਹ ਅਗਾਂਹ ਦੀ ਪਲੈਨਿੰਗ ਵੱਲ, ਅੱਗੇ ਦੀ ਪਲੈਨਿੰਗ ਵੱਲ ਇਸ਼ਾਰਾ ਕਰਦਾ। ਕਈ ਗੱਲਾਂ ਨੇ ਇਸ ਦੀਆਂ ਕਿ ਭਾਜਪਾ ਨਾਲ ਅਕਾਲੀ ਦਲ ਦਾ ਦੁਬਾਰਾ ਗੱਠਜੋੜ ਹੋ ਸਕਦਾ ਹੈ। 2 ਸਾਲ ਰਹਿ ਗਏ ਨੇ, ਪੌਣੇ ਕੁ 2 ਸਾਲ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਨੇ, ਕੁਝ ਵੀ ਸੰਭਵ ਹੈ। ਅਤੇ ਜੇ ਇਹ ਗੱਠਜੋੜ ਦੁਬਾਰਾ ਹੋ ਜਾਂਦਾ ਤਾਂ ਫਿਰ ਸਮੀਕਰਨ ਬਦਲ ਸਕਦੇ ਨੇ, ਕਿਉਂਕਿ ਹਾਲਾਤਾਂ ਦਾ ਕੁਝ ਨਹੀਂ ਪਤਾ ਹੁੰਦਾ। ਸੋ ਉਹਨਾਂ ਦਾ ਸੱਦਾ ਦੇਣਾ ਇਹ ਬਹੁਤ ਸਾਰੀਆਂ ਗੱਲਾਂ ਵੱਲ ਇਸ਼ਾਰਾ ਕਰਦਾ ਹੈ। ਭਵਿੱਖ ਦੇ ਵਿੱਚ ਇਹ ਆਉਣ ਵਾਲੀਆਂ ਗੱਲਾਂ ਕਲੀਅਰ ਹੋਣਗੀਆਂ, ਪਰ ਅਕਾਲੀ ਦਲ ਕੀ ਰਿਸਪੌਂਡ ਕਰਦਾ ਹੈ ਇਹ ਵੀ ਦੋ ਧਾਰੀ ਤਲਵਾਰ ਹੋਵੇਗੀ ਅਕਾਲੀ ਦਲ ਵਾਸਤੇ। ਜੇ ਅੱਜ ਭਾਜਪਾ ਨੂੰ ਸਪੋਰਟ ਕਰ ਦਿੰਦੇ ਨੇ ਤੇ ਫਿਰ ਸਾਰੇ ਕਹਿਣਗੇ ਦੇਖੋ ਖੇਤੀ ਕਾਨੂੰਨਾਂ ਦੇ ਵਿੱਚ ਬੰਦੇ ਇੰਨੇ ਮਾਰੇ ਗਏ, ਆਹ ਹੋ ਗਿਆ, ਉਹ ਹੋ ਗਿਆ, ਇੰਨਾ ਕੁਛ ਹੋਇਆ, ਅਤੇ ਇਹ ਤਾਂ ਸਾਂਝ ਪਾਈ ਬੈਠੇ ਸੀ ਸਾਡੇ ਨਾਲ ਹੀ। ਸਿਰਫ ਇੱਕ ਜਿਹੜਾ ਸਾਨੂੰ ਵੇਖਿਆ ਜਾ ਰਿਹਾ ਸੀ ਕਿ ਕੋਈ ਫਰਕ ਨਹੀਂ ਹੈ, ਅਸੀਂ ਹੁਣ ਸਾਡੇ ਰਸਤੇ ਅਲੱਗ-ਅਲੱਗ ਹੋ ਗਏ ਨੇ, ਚੋਣਾਂ ਵੀ ਭਾਵੇਂ ਇਕੱਠਿਆਂ ਨੇ ਨਹੀਂ ਲੜੀਆਂ। ਬਸਪਾ ਨਾਲ ਸਮਝੌਤਾ ਜਿਹੜਾ ਸੀ ਉਹ ਸੰਗਰੂਰ ਦੀ ਚੋਣ ਵਿੱਚ ਹੀ ਨਹੀਂ ਦੇਖਿਆ ਗਿਆ ਕਿਤੇ। ਹੁਣ ਗੱਲ ਇੱਧਰ ਨੂੰ ਮੈਨੂੰ ਮੁੜਦਾ ਹੋਇਆ ਨਜ਼ਰ ਆ ਰਿਹਾ, ਪਰ ਅਕਾਲੀ ਦਲ ਜੇ ਸ਼ਿਵ ਸੈਨਾ ਦੇ ਇੱਕ ਗੁੱਟ ਨਾਲ ਸਮਝੌਤਾ ਕਰ ਸਕਦਾ ਤੇ ਭਾਜਪਾ ਨਾਲ ਕਰਨ ਵਿੱਚ ਵੀ ਉਹਨਾਂ ਨੂੰ ਕੋਈ ਬਹੁਤੀ ਦੁਬਾਰਾ ਕੋਈ ਬਹੁਤਾ ਉਹਨਾਂ ਦਾ ਜ਼ੋਰ ਨਹੀਂ ਲੱਗਣਾ, ਉਹਨਾਂ ਨੇ ਆਸਾਨੀ ਨਾਲ ਕਰ ਲੈਣਾ। ਜੀ ਕੁਲਦੀਪ ਜੀ, ਇੱਕ ਖਬਰ ਆਈ ਹੈ ਸਾਡੇ ਕੋਲ ਕਿ ਆਪਣੇ ਚਹੇਤੇ ਪਸੰਦੀਦਾ ਹੇਜਲੇ ਹਾਕੀ ਕੋਚਾਂ ਨੂੰ ਗੱਫਿਆਂ ਦੇ ਨਾਲ ਪੈਸੇ ਦਿੱਤੇ ਗਏ ਨੇ। ਕੀ ਹੈ ਜੀ ਪੂਰੀ ਖਬਰ, ਖੋਲਿਓ ਜਰਾ ਪਰਤਾਂ। ਸਰਦਾਰ ਇਕਬਾਲ ਸਿੰਘ ਸੰਧੂ ਨੇ, ਹਾਕੀ ਖਿਡਾਰੀ ਵੀ ਨੇ, ਕੋਚ ਵੀ ਨੇ, ਵਿਸਲ ਬਲੋਰ ਦੇ ਤੌਰ 'ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿ ਉਹ ਆਵਾਜ਼ ਉਠਾਉਂਦੇ ਨੇ ਜਦੋਂ ਕੁਝ ਗਲਤ ਹੁੰਦਾ ਹੈ। ਜਲੰਧਰ ਦੇ ਵਿੱਚ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਸੁਸਾਇਟੀ ਦੇ 3 ਕੋਚਾਂ ਦੇ ਬਾਰੇ ਉਹਨਾਂ ਨੇ ਆਵਾਜ਼ ਉਠਾਈ ਕਿ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਤੇ ਯੋਧਵਿੰਦਰ ਸਿੰਘ ਜੋਨੀ ਨੂੰ 50 ਲੱਖ ਰੁਪਏ ਦਾ ਇਨਾਮ ਜਿਹੜਾ ਹੈ ਉਹ ਸਰਕਾਰ ਵੱਲੋਂ ਦਿੱਤਾ ਗਿਆ ਕਿ ਹਾਕੀ ਵਧੀਆ ਪਰਫਾਰਮ ਕਰ ਰਹੀ ਹੈ, ਉਹ ਗਲਤ ਤਰੀਕੇ ਨਾਲ ਦਿੱਤਾ ਗਿਆ। ਇਕਬਾਲ ਸਿੰਘ ਸੰਧੂ ਹੁਣਾਂ ਨੇ ਜਿਹੜੀ ਆਵਾਜ਼ ਉਠਾਈ, ਪਹਿਲਾਂ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਕੋਈ ਇਸ ਵਿੱਚ ਮਦਦ ਨਹੀਂ ਮਿਲੀ। ਇੱਕ ਮੈਂ ਦੱਸ ਦੇਵਾਂ ਕਿ ਇਕਬਾਲ ਸਿੰਘ ਸੰਧੂ ਪਹਿਲਾਂ ਵੀ ਇਸ ਤਰ੍ਹਾਂ ਦੀ ਆਵਾਜ਼ ਉਠਾਉਂਦੇ ਰਹਿੰਦੇ ਨੇ। ਉਹਨਾਂ ਨੇ ਪਹਿਲਾਂ ਵੀ ਕੁਝ ਹਾਕੀ ਦੀ ਜਾਂ ਖੇਡ ਦੀਆਂ ਕੁਝ ਕਿੱਟਾਂ ਵਗੈਰਾ ਦੇ ਮਾਮਲੇ ਦੇ ਵਿੱਚ ਘਪਲੇ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ 3 ਅਸਲ ਨਾਮ ਹੋਰ ਸਨ ਜਿਨ੍ਹਾਂ ਨੂੰ ਇਹ ਇਨਾਮ ਮਿਲਣਾ ਚਾਹੀਦਾ ਸੀ। ਉਹ ਕੋਚ ਨੇ ਰਜਿੰਦਰ ਸ਼ਰਮਾ, ਫਿਜ਼ੀਕਲ ਫਿਟਨੈਸ ਕੋਚ ਜਸਪ੍ਰੀਤ ਸਿੰਘ, ਅਤੇ ਇਹਨਾਂ ਨੂੰ ਮਿਲਣਾ ਚਾਹੀਦੇ ਸੀ, ਜਦ ਕਿ ਇਹ ਗਲਤ ਤਰੀਕੇ ਨਾਲ ਜਿਹੜੇ ਮੈਂ ਪਹਿਲਾਂ 3 ਨਾਮ ਦੱਸੇ ਨੇ ਉਹਨਾਂ ਨੂੰ 50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਹਾਕੀ ਦੇ ਬਿਹਤਰ ਪ੍ਰਦਰਸ਼ਨ ਲਈ। ਹੁਣ ਇਹ ਫੇਵਰੇਟਿਜ਼ਮ ਅਤੇ ਇਸ ਤਰ੍ਹਾਂ ਪੱਖਪਾਤ ਜਿਹੜਾ ਰਵੱਈਆ ਇਹ ਸਪੋਰਟਸ ਦੇ ਵਿੱਚ ਸਾਡਾ ਬਹੁਤ ਨੁਕਸਾਨ ਸਾਡਾ ਕਰ ਚੁੱਕਾ ਹੈ, ਖਾਸ ਤੌਰ 'ਤੇ ਹਾਕੀ ਦੀ ਖੇਡ ਦਾ। ਹੁਣ ਇਹਦੇ ਵਿੱਚ ਇਹ ਮੋੜ ਕਦੋਂ ਆਉਂਦਾ ਹੈ? ਇਕਬਾਲ ਸਿੰਘ ਸੰਧੂ ਦੀ ਸਪੋਰਟ ਜਿਹੜੀ ਹੈ ਉਹ ਓਲੰਪਿਕ ਦੇ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੇ ਸਾਡੇ ਖਿਡਾਰੀ ਜਿਹੜੇ ਨੇ ਉਹਨਾਂ ਦੇ ਵਿੱਚ ਮਨਪ੍ਰੀਤ ਸਿੰਘ ਕਪਤਾਨ, ਗੋਲਕੀਪਰ ਕ੍ਰਿਸ਼ਨ ਪਾਠਕ, ਹਰਮਨਪ੍ਰੀਤ, ਸਿਮਰਨਜੀਤ, ਮਨਦੀਪ, ਦਿਲਪ੍ਰੀਤ, ਵਰੁਣ ਕੁਮਾਰ, ਆਕਾਸ਼ਦੀਪ, ਇਹਨਾਂ ਨੇ ਐਫੀਡੇਵਿਟ ਦਾਖਲ ਕਰ ਦਿੱਤੇ ਨੇ ਕਿ ਉਹ ਬੰਦੇ ਨਹੀਂ, ਆਹ ਜਿਹੜੇ ਬਾਅਦ ਵਿੱਚ ਦੱਸੇ ਗਏ ਨੇ ਰਜਿੰਦਰ ਸ਼ਰਮਾ ਅਤੇ ਫਿਜ਼ੀਕਲ ਫਿਟਨੈਸ ਕੋਚ ਜਸਪ੍ਰੀਤ ਸਿੰਘ, ਇਹ ਸਾਡੇ ਅਸਲ ਕੋਚ ਨੇ, ਇਨਾਮ ਇਹਨਾਂ ਨੂੰ ਦਿੱਤਾ ਜਾਵੇ। ਹੁਣ ਇਸ ਤਰ੍ਹਾਂ ਦੇ ਕਿੰਨੀਆਂ ਹੋਰ ਉਦਾਹਰਨਾਂ ਹੋਣਗੀਆਂ। ਮੈਂ ਸਮਝਦਾ 1 ਮਿੰਟ ਲਈ ਤੁਸੀਂ ਮੈਨੂੰ ਦੱਸੋ ਵੀ ਜਿਨ੍ਹਾਂ ਖਿਡਾਰੀਆਂ ਨੇ ਹੁਣ ਐਫੀਡੇਵਿਟ ਦਾਖਲ ਕੀਤੇ ਨੇ, ਅੱਜ ਉਹਨਾਂ ਦੇ ਐਫੀਡੇਵਿਟ ਦੀ ਕੀਮਤ ਹੈ ਕਿਉਂਕਿ ਉਹਨਾਂ ਨੇ ਓਲੰਪਿਕ ਦੇ ਵਿੱਚ ਮੈਡਲ ਜਿੱਤਿਆ। ਓਲੰਪਿਕ 'ਚ ਚਾਹੇ ਰੰਗ ਕੋਈ ਵੀ ਹੋਵੇ, ਮੈਡਲ ਜਿੱਤਣਾ ਬਹੁਤ ਜ਼ਿਆਦਾ ਮਾਅਨੇ ਰੱਖਦਾ। ਤੁਹਾਡੀ ਗੱਲ ਦੀ ਵੈਲਿਊ ਬਣ ਜਾਂਦੀ ਹੈ ਅਤੇ ਦੁਨੀਆ ਦੇ ਵਿੱਚੋਂ ਉਹ ਵੱਡਾ ਮੁਕਾਬਲਾ ਹੁੰਦਾ ਸਾਰਿਆਂ ਤੋਂ। ਅਤੇ ਗੱਲ ਇਹ ਹੈ ਕਿ ਅੱਜ ਜੇ ਉਹਨਾਂ ਕੋਲ ਬ੍ਰੋਂਜ਼ ਮੈਡਲ ਨਾ ਹੁੰਦਾ ਤਾਂ ਫਿਰ ਗੱਲ ਦੱਬੀ ਦੀ ਦੱਬੀ ਰਹਿ ਜਾਣੀ ਸੀ। 50 ਲੱਖ ਕੀ ਇੱਥੇ ਤਾਂ 50 ਪਤਾ ਨਹੀਂ ਕਿੰਨੇ ਲੱਖ ਇਸ ਤਰ੍ਹਾਂ ਦੇ ਜਿਹੜੇ ਸੀ ਪਿਛਲੇ ਸਾਲਾਂ ਦੇ ਵਿੱਚ ਲੰਘ ਗਏ ਹੋਣਗੇ। ਐਵੇਂ ਤਾਂ ਸਾਡਾ ਹਾਲ ਮਾੜਾ ਨਹੀਂ ਨਾ ਹੁੰਦਾ। ਇਹੋ ਜਿਹੀਆਂ ਗੱਲਾਂ ਨੇ। ਸਲੂਟ ਹੈ ਇਕਬਾਲ ਸਿੰਘ ਸੰਧੂ ਹੁਣਾਂ ਨੂੰ, ਜਜ਼ਬੇ ਨੂੰ, ਖਿਡਾਰੀਆਂ ਦੇ ਹੌਸਲੇ ਨੂੰ ਵੀ, ਜਿਨ੍ਹਾਂ ਨੇ ਐਫੀਡੇਵਿਟ ਦੇ ਕੇ ਘੱਟੋ ਘੱਟ ਗੱਲ ਜਿਹੜੀ ਚੁੱਕੀ ਹੈ। ਹੁਣ ਦੇਖਦੇ ਹਾਂ ਕਿ ਸਰਕਾਰ ਕੀ ਕਰਦੀ ਹੈ ਅਤੇ ਇੰਡੀਅਨ ਹਾਕੀ ਫੈਡਰੇਸ਼ਨ ਕੀ ਕਰਦੀ ਹੈ। ਇੱਕ ਆਖਰੀ ਮੁੱਦਾ ਹੈ ਜੀ ਮੇਰੇ ਕੋਲ। ਪਿਛਲੇ ਥੋੜ੍ਹੇ ਕੁ ਦਿਨ ਪਹਿਲਾਂ ਅਮਰੀਕਾ ਤੋਂ ਇੱਕ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਸੀ ਕਿ ਇੱਕ ਟਰੈਕਟਰ ਟ੍ਰੇਲਰ ਦੇ ਵਿੱਚੋਂ 46 ਲਾਸ਼ਾਂ ਮਿਲੀਆਂ ਸੀ। ਜੇ 2013 ਦੀ ਗੱਲ ਕਰੀਏ ਉਦੋਂ ਵੀ ਇੱਕ ਇੱਦਾਂ ਦੀ ਘਟਨਾ ਸਾਹਮਣੇ ਆਈ ਸੀ। 2017 ਦੀ ਗੱਲ ਕਰੀਏ ਤੇ ਉਦੋਂ ਵੀ ਇੱਕ ਇੱਦਾਂ ਘਟਨਾ ਜਿਹੜੀ ਸਾਨੂੰ ਵੇਖਣ ਨੂੰ ਮਿਲੀ ਸੀ। ਪਰ ਸਵਾਲ ਮੇਰਾ ਇਹ ਹੈ ਕਿ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਜਾਣ ਵਾਲਿਆਂ ਲੋਕਾਂ ਦੀ ਗਿਣਤੀ ਕੀ ਵੱਧ ਗਈ ਹੈ?
ਸਵਲੀਨ, ਮੇਰੇ ਕੋਲ ਨਾ ਕੁਝ ਅੰਕੜੇ ਨੇ ਜੋ ਇਸ ਤਰ੍ਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਬਾਰੇ ਨੇ। ਮੈਂ ਉਹ ਤੁਹਾਨੂੰ ਸੁਣਾਵਾਂਗਾ, ਪੜ੍ਹ ਕੇ ਸੁਣਾਉਂਦਾ ਉਹ ਇਹ ਹੈ ਕਿ ਮੈਕਸੀਕੋ ਵਾਲੀ ਗੱਲ ਵੀ ਕਰਦੇ ਹਾਂ ਕਿ ਅਮਰੀਕਾ ਦੇ ਵਿੱਚ ਓਵਰਆਲ ਦੱਸਿਆ ਜਾਂਦਾ ਕਿ 1 ਕਰੋੜ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਉੱਥੇ ਰਹਿ ਰਹੇ ਨੇ, ਜਿਨ੍ਹਾਂ ਵਿੱਚੋਂ 6 ਲੱਖ ਇੰਡੀਅਨ ਨੇ। ਤੁਸੀਂ ਹਿਸਾਬ ਲਾਓ ਦੂਸਰੇ ਮੁਲਕਾਂ ਵਿੱਚੋਂ, ਅਫਰੀਕਾ ਵਗੈਰਾ ਤੇ ਹੋਰ ਆਸੇ ਪਾਸੇ ਦੇ ਕਿੰਨੇ ਹੋਣਗੇ। ਬੰਗਲਾਦੇਸ਼ ਤੇ ਰੋਹਿੰਗਿਆ ਸ਼ਰਨਾਰਥੀ ਬਹੁਤ ਨੇ, ਬਰਮਾ ਵਗੈਰਾ ਦੇ ਬਹੁਤ ਨੇ, ਪਿਛਲੇ ਸਾਲਾਂ ਵਿੱਚ ਗਏ। 2007 ਤੋਂ ਜਿਹੜੇ ਅੰਕੜੇ ਜੇ ਉਹ ਇਕੱਠੇ ਕਰ ਲਈਏ ਤੇ 2007 ਵਿੱਚ ਮੈਕਸੀਕੋ ਦੀ ਸਰਹੱਦ ਤੋਂ ਟੱਪ ਕੇ ਲੰਘਣ ਵਾਲੇ ਲੋਕਾਂ ਦੇ ਵਿੱਚੋਂ ਜਿਹੜੇ ਲੋਕ ਫੜੇ ਗਏ ਉਹਨਾਂ ਵਿੱਚੋਂ 76 ਲੋਕ ਭਾਰਤੀ, 2019 'ਚ 7600 ਭਾਰਤੀ, 2021 'ਚ 2600 ਲੋਕ ਜਿਹੜੇ ਭਾਰਤੀ ਫੜੇ ਗਏ ਨੇ। ਟੱਪ ਕੇ ਪਾਰ ਲੰਘੇ ਤੇ ਪਤਾ ਨਹੀਂ ਕਿੰਨਾ। ਹੁਣ ਦਾਖਲ ਹੋਣ ਦੀ ਕੋਸ਼ਿਸ਼ ਵਿੱਚ 40% ਜਿਹੜੇ ਨੇ ਇਸ ਵੇਲੇ ਭਾਰਤੀ ਨੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਤੋਂ ਟੱਪ ਕੇ ਜਾ ਰਹੇ ਨੇ। ਔਰ ਚੀਨ ਦੇ ਵੀ ਬਹੁਤ ਨੇ ਤੇ ਫਿਲੀਪੀਨ ਦੇ ਵੀ ਨਾਗਰਿਕ ਕਾਫੀ ਇਸ ਦੇ ਵਿੱਚ ਦੱਸੇ ਜਾਂਦੇ ਨੇ। ਹੁਣ ਇੱਕ ਵਿਅਕਤੀ ਵੀ ਫੜਿਆ ਗਿਆ ਇਸ ਵਿੱਚ, ਪੰਜਾਬੀ ਮੂਲ ਦਾ ਹੈ, ਕੈਲੀਫੋਰਨੀਆ ਦੇ ਵਿੱਚ। ਉਸ 'ਤੇ ਦੋਸ਼ ਹੈ ਕਿ ਉਸਨੇ ਵੱਡੇ ਸਾਰੇ ਖਾਤੇ ਜਿਹੜੇ ਸੀ ਉਹ ਖੋਲ੍ਹੇ ਹੋਏ ਸੀ ਅਤੇ 40 ਤੋਂ 50 ਲੱਖ ਰੁਪਈਆ ਜਿਹੜਾ ਸੀ ਹਰ ਕੇਸ ਦਾ ਉਸ ਦੇ ਖਾਤੇ ਵਿੱਚ ਆ ਜਾਂਦਾ ਸੀ। ਅਤੇ ਵੱਖ-ਵੱਖ ਤਰੀਕਿਆਂ ਦੇ ਨਾਲ ਉਹ ਜਿਹੜਾ ਸੀ ਨੌਜਵਾਨਾਂ ਨੂੰ ਕਈ ਰਸਤਿਆਂ ਦੇ ਜ਼ਰੀਏ, ਬਹੁਤ ਰਸਤੇ ਨੇ ਦੱਸੇ ਜਾਂਦਾ, ਪਾਣੀ ਵੀ ਹੈ, ਦਰਿਆ ਵੀ ਹੈ, ਰੇਗਿਸਤਾਨ ਵੀ ਹੈ, ਕੰਧ ਵੀ ਹੈ, ਜੰਗਲ ਵੀ ਹੈ, ਸਭ ਕੁਛ ਹੈ। ਉੱਥੋਂ ਦੀ ਲੰਘ ਕੇ ਜਿਹੜਾ ਉਹ ਨੌਜਵਾਨ ਪਹੁੰਚਦੇ ਨੇ ਔਰ ਮੌਤਾਂ ਬਹੁਤ ਜ਼ਿਆਦਾ ਹੋ ਰਹੀਆਂ, ਲਾਪਤਾ ਬਹੁਤ ਜ਼ਿਆਦਾ ਦੱਸੇ ਜਾ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਫੋਟੋਆਂ ਆਈਆਂ ਅਤੇ ਅਸਲ ਵਿੱਚ ਇੱਕ ਜਿਹੜਾ ਟਰੈਕਟਰ ਟ੍ਰੇਲਰ ਫੜਿਆ ਗਿਆ ਸੀ ਉਸ ਦੇ ਵਿੱਚ 46 ਵਿਅਕਤੀ ਦੇ ਉਸੇ ਵੇਲੇ ਮ੍ਰਿਤਕ ਪਾਏ ਗਏ, ਬਾਕੀਆਂ ਕੋਲੋਂ ਹਿੱਲ ਨਹੀਂ ਸੀ ਹੁੰਦਾ। 5 ਦੀ ਫਿਰ ਹਸਪਤਾਲ ਜਾ ਕੇ ਮੌਤ ਹੋ ਜਾਂਦੀ ਹੈ। ਗਰਮੀ ਬਹੁਤ ਜ਼ਿਆਦਾ ਅਤੇ ਉਹ ਹਿੱਲਣ ਦੇ ਸਮਰੱਥ ਨਹੀਂ ਸਨ, ਉਹ ਮੈਕਸੀਕਨ ਦੱਸੇ ਗਏ ਨੇ। ਪਰ ਗੱਲ ਇਹ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਜਿਹੜਾ ਹੈ ਬਹੁਤ ਜ਼ਿਆਦਾ ਵਧਿਆ ਹੋਇਆ ਇਸ ਵੇਲੇ, ਖਾਸ ਤੌਰ 'ਤੇ ਜਦੋਂ ਕੋਵਿਡ ਦੀਆਂ ਪਾਬੰਦੀਆਂ ਉਹ ਜਿਹੜੀਆਂ ਘਟੀਆਂ ਨੇ ਉਸ ਤੋਂ ਬਾਅਦ ਬਹੁਤ ਸਾਰੇ ਤਰੀਕਿਆਂ ਨਾਲ ਇਸ ਵੇਲੇ ਦੁਨੀਆ ਦੇ ਵਿੱਚ ਕੰਨ ਖੜੇ ਹੋਏ ਨੇ ਅਥਾਰਟੀਜ਼ ਦੇ ਕਿ ਪਤਾ ਨਹੀਂ ਕਿਹੜੇ ਖੂੰਜੇ ਤੋਂ ਕਿਹੜੇ ਪਾਸਿਓਂ ਦੀ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਨੇ ਅਮਰੀਕਾ ਅਤੇ ਯੂਰਪ ਦੇ ਵਿੱਚ ਉਹ ਐਂਟਰ ਕਰ ਰਹੇ ਨੇ ਅਤੇ ਉਹਨਾਂ ਨੂੰ ਕਰਵਾਇਆ ਜਾ ਰਿਹਾ। ਇੱਕ ਗੱਲ ਇਹ ਉਹਨਾਂ ਦੀ ਜਾਨ 'ਤੇ ਜਾ ਹੀ ਰਹੀ ਹੈ, ਪਰ ਇਸ ਦੇ ਨਾਲ ਵੱਡੇ ਸਰਗਣੇ ਅਤੇ ਗਰੋਹ ਕਿਸਮ ਦੇ ਲੋਕ ਜਿਹੜੇ ਨੇ, ਗਰੋਹ ਜਿਨ੍ਹਾਂ ਨੇ ਬਣਾਏ ਹੋਏ ਨੇ, ਉਹ ਮੋਟੀ ਕਮਾਈ ਕਰ ਰਹੇ ਨੇ। ਉਹ ਲੋਕਾਂ ਨੂੰ ਚੂਨਾ ਵੀ ਲਾ ਦਿੰਦੇ ਨੇ ਅਤੇ ਸਿਰਫ ਉੱਥੇ ਪਹੁੰਚਾਉਣ ਦੇ ਵੱਡੇ ਗੱਫੇ ਲੈਂਦੇ ਨੇ। ਸਾਰੀਆਂ ਸਕੀਮਾਂ ਘੜੀਆਂ ਹੋਈਆਂ ਨੇ ਅਤੇ ਇਸ ਦੌੜ ਦੇ ਵਿੱਚ ਪੰਜਾਬ ਤੋਂ ਵੀ ਬਹੁਤ ਸਾਰੇ ਨੌਜਵਾਨ ਇਸ ਵੇਲੇ ਜਾ ਰਹੇ ਨੇ। ਬਹੁਤ ਸਾਲ ਪਹਿਲਾਂ ਮਾਲਟਾ ਕਾਂਡ ਇਹੋ ਜਿਹਾ ਹੋਇਆ ਸੀ ਅਤੇ ਅਜੇ ਵੀ ਜਿਹੜੇ ਉਸਦੇ ਜ਼ਖਮ ਜਿਹੜੇ ਨੇ ਅੱਲੇ ਨੇ, ਹਰੇ ਨੇ। ਸੋ ਮੈਂ ਚਾਹੁੰਦਾ ਕਿ ਨੌਜਵਾਨਾਂ ਨੂੰ ਇਹੋ ਹੀ ਕਹਿ ਸਕਦੇ ਹਾਂ ਕਿ ਕੁਛ ਸਿੱਖਿਆ ਦਾ ਪੱਲਾ ਫੜੋ, ਕੁਛ ਹੋਰ, ਅਤੇ ਕਿਸੇ ਗੈਰ ਕਾਨੂੰਨੀ ਨਾਲੋਂ ਕਾਨੂੰਨੀ ਪ੍ਰਵਾਸ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰੋ। ਉਹ ਸਸਤਾ ਵੀ ਹੈ ਅਤੇ ਸੇਫ ਵੀ ਹੈ। ਫਿਲਹਾਲ ਪ੍ਰੋਗਰਾਮ ਨੂੰ ਇੱਥੇ ਲਾਉਂਦੇ ਹਾਂ ਵਿਰਾਮ, ਦਰਸ਼ਕਾਂ ਕੋਲ ਲੈਂਦੇ ਹਾਂ ਵਿਦਾ। ਕੁਲਦੀਪ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਟੂਡੀਓ 'ਚ ਆਏ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹਾਂ ਅਤੇ ਕੋਈ ਸੁਝਾਅ ਵੀ ਸਾਨੂੰ ਦੇ ਸਕਦੇ ਹਾਂ ਅਤੇ ਅਸੀਂ ਕੱਲ੍ਹ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।